ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਵਾਹਿਗੁਰੂ 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 ਧੰਨ ਵਾਹਿਗੁਰੂ। ਦੀਨਨ ਕੀ ਪ੍ਰਿਤਪਾਲ ਕਰੈ ਨਿਤ। 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 ਸੰਤੋ ਬਾਰਗਨੀ ਮਨ ਗਾਰੈ। ਸੰਤ ਉਬਾਰ ਗਨੀ ਮਨ ਗਾਰੈ। ਦੀਨਨ ਕੀ ਪ੍ਰਿਤਪਾਲ ਕਰੈ ਨਿਤ। 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 ਪਛ ਪਛੂ ਨਗ ਨਾਗ ਨਰਾਤਪ। ਪਛ ਪਛੂ ਨਗ ਨਾਗ ਨਰਾਧਪ। ਪਛ ਪਛੂ ਨਗ ਨਾਗ ਨਰਾਤਪ। ਪਛ ਪਛੂ ਨਗ ਨਾਗ ਨਰਾਧਪ। ਸਰਬ ਸਮੈ ਸਭ ਕੋ ਪ੍ਰਿਤਪਾਰੇ। ਸਰਬ ਸਮੈ ਸਭ ਕੋ ਪ੍ਰਿਤਪਾਰੈ। ਦੀਨਨ ਕੀ ਪ੍ਰਿਤਪਾਲ ਕਰੈ ਨਿਤ। 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 ਸੰਤੋ ਬਾਰਗਨੀ ਮਨ ਗਾਰੈ। ਸੰਤ ਉਬਾਰ ਗਨੀ ਮਨ ਗਾਰੈ। ਦੀਨਨ ਕੀ ਪ੍ਰਿਤਪਾਲ ਕਰੈ ਨਿਤ। ਦੀਨਨ ਕੀ ਪ੍ਰਿਤਪਾਲ ਕਰੈ ਨਿਤ। ਕੀ ਪ੍ਰਿਤਪਾਲ ਕਰੈ ਨਿਤ। ਦੀਨਨ ਕੀ ਪ੍ਰਿਤਪਾਲ ਕਰੈ ਨਿਤ। ਭੁਗਤ ਹੈ ਜਲ ਮੈਂ ਥਲ ਮੈਂ ਬਲ ਮੈਂ। ਭੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ। ਭੁਗਤ ਹੈ ਜਲ ਮੈਂ ਥਲ ਮੈਂ ਬਲ ਮੈਂ। ਭੁਖਤ ਹੈ ਜਲ ਮੈਂ ਥਲ ਮੈਂ ਪਲ ਮੈਂ। ਪਲ ਕੈ ਨਾਹੀ ਕਰਮ ਵਿਚਾਰੈ। ਪਲ ਕੇ ਨਾਹੀ ਕਰਮ ਵਿਚਾਰੈ। ਪਲ ਕੈ ਨਾਹੀ ਕਰਮ ਵਿਚਾਰੈ। ਪਲ ਕੇ ਨਾਹੀ ਕਰਮ ਵਿਚਾਰੈ। ਦੀਨਨ ਕੀ ਪ੍ਰਿਤ
ਦੀਨਣ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਸੰਤੋ ਬਾਰਗਨੀ ਮਨ ਵਾਰੈ ਸੰਤ ਅਪਾਰ ਗਨੀ ਮਨ ਹਾਰੈ ਸੰਤੋ ਬਾਰਗਨੀ ਮਨ ਵਾਰੈ ਸੰਤ ਅਪਾਰ ਗਨੀ ਮਨ ਹਾਰੈ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਦੀਨ ਦਿਆਲ ਦਿਆਨਿਤ ਦੀਨ ਦਿਆਲ ਦਇਆਨਿਤ ਦੀਨ ਦਿਆਲ ਦਿਆਨਿਤ ਦੀਨ ਦਿਆਲ ਦਇਆਨਿਤ ਔਖਦ ਦੇਖਤ ਹੈ ਪਰ ਦੇਤ ਨਾ ਹਾਰੈ ਦੁਖਣ ਦੇਖਤ ਹੈ ਪਰ ਦੇਤ ਨਾ ਹਾਰੈ ਦੁਖ ਦੇਖਤ ਹੈ ਪਰ ਦੇਤ ਨਾ ਹਾਰੇ ਦੁਖਣ ਦੇਖਤ ਹੈ ਪਰ ਦੇਤ ਨਾ ਹਾਰੈ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਸੰਤੋ ਬਾਰਗਨੀ ਮਨ ਵਾਰੈ ਸੰਤ ਅਪਾਰ ਗਨੀ ਮਨ ਗਾਰੈ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਅਚ ਪਛੂ ਨਗ ਨਾਗ ਨਰਾ ਤਪ ਪਛ ਪਛੂ ਨਗ ਨਾਗ ਨਰਾ ਤਪ ਅਚ ਪਛੂ ਨਗ ਨਾਗ ਨਰਾ ਤਪ ਪਛ ਪਛੂ ਨਗ ਨਾਗ ਨਰਾ ਤਪ ਸਰਬ ਸਮੈ ਸਭ ਕੋ ਪ੍ਰਤਪਾਰੈ 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 ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਸੰਤੋ ਬਾਰਗਨੀ ਮਨ ਵਾਰੈ ਸੰਤ ਅਪਾਰ ਗਨੀ ਮਨ ਗਾਰੈ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਦੀਨਨ ਕੀ ਪ੍ਰਤਪਾਲ ਕਰੈ ਨਿਤ ਦੀਨਣ ਕੀ ਪ੍ਰਤਪਾਲ ਕਰੈ ਨਿਤ ਭੋਗਤ ਹੈ ਜਨ ਮੈਂ ਥਲ ਮੈਂ ਕਲ ਮੈਂ ਭੋਗਤ ਹੈ ਜਲ ਮੈਂ ਥਲ ਮੈਂ ਪਲ ਮੈਂ ਭੋਗਤ ਹੈ ਜਨ ਮੈਂ ਥਲ ਮੈਂ ਕਲ ਮੈਂ ਭੋਗਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੈ ਨਾਹੀ ਕਰਮ ਵਿਚਾਰੈ ਪਲ ਕੇ ਨਾਹੀ ਕਰਮ ਵਿਚਾਰੈ ਕਲ
दीनन की प्रतिपाल करे नित दीनन की प्रतिपाल करे नित दीनन की प्रतिपाल करे नित संतो बारकनी मन गारे संत उबार गनी मन गारे दीनन की प्रतिपाल करे नित 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 दीन दयाल दयानित दीन दयाल दयानित दीन दयाल दयानित दीन दयाल दयानित दुख देखत है पर देत न हारे दुखन देखत है पर देत न हारे दीनन की प्रतिपाल करे नित दीनन की प्रतिपाल करे नित संतो बारगनी मन गारे संत अपार गनी मन गारे दीनन की प्रतिपाल करे नित की प्रतिपाल करे नित दीनन की प्रतिपाल करे नित की प्रतिपाल करे नित दीनन 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 की प्रतिपाल करे नित ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਜੀ ਮਰਤਾ ਮਰਤਾ ਜਗ ਮੁਆ ਮਰ ਭੇ ਨਾ ਜਾਣਿਆ ਕੋਏ ऐसी मरनी जो मरे बहुर ना मरना होए जाओ तो प्रेम खिलन का चाओ सिर तर तली गली मेरी आओ इत मार्ग पैर तरीजै सिर दीजै कान न कीजै कबीर मोहे मरने का चाओ है मरो तहार के द्वार मत हर पूछे कौन है परा हमारे बार
ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਰਬਤ ਸਾਧ ਸੰਗਤ ਜੀਓ, ਜੋ ਹਰ ਸਾਲ ਦੀ ਤਰ੍ਹਾਂ ਹੀ ਇਹ ਪੋਹ ਦਾ ਮਹੀਨਾ ਜਦੋਂ ਚੜ੍ਹਦਾ ਹੈ ਤੇ ਸਾਡੇ ਇਤਿਹਾਸ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ, ਸ਼ਹਾਦਤਾਂ, ਸ਼ਹੀਦੀਆਂ ਇਸ ਪੋਹ ਦੇ ਮਹੀਨੇ ਦੇ ਵਿੱਚ ਹੋਈਆਂ ਨੇ। 6 ਪੋਹ ਤੋਂ ਲੈ ਕੇ 12-13 ਪੋਹ ਤੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਸਾਰਾ ਪਰਿਵਾਰ, ਸਾਰਾ ਸਰਵੰਸ ਇੱਕ ਹਫ਼ਤੇ ਦੇ ਵਿੱਚ ਸਾਧ ਸੰਗਤ ਦੀ ਸਾਰਾ ਪਰਿਵਾਰ ਕੁਰਬਾਨ ਹੋ ਜਾਂਦਾ ਹੈ, ਸ਼ਹੀਦ ਹੋ ਜਾਂਦਾ ਹੈ। ਸੋ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਹਰ ਸਾਲ ਜੁੜਦੇ ਹਾਂ। 3 ਦਿਨਾਂ ਦਾ ਪ੍ਰੋਗਰਾਮ ਆਰੰਭ ਕੀਤਾ ਹੈ। ਅੱਜ ਪਹਿਲੇ ਦਿਨ ਆਪਾਂ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇਕੱਤਰ ਹੋਏ ਹਾਂ। ਉਸ ਮਹਾਨ ਪਰ ਉਪਕਾਰੀ ਗੁਰੂ ਦੇ ਪਰ ਉਪਕਾਰਾਂ ਨੂੰ ਯਾਦ ਕਰਨ ਵਾਸਤੇ, ਸ਼ਹਾਦਤਾਂ ਨੂੰ ਯਾਦ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜੇ ਹਾਂ। ਉਹਨਾਂ ਸਮੁੱਚੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜਦੇ ਹਾਂ, ਬਾਣੀ ਜਪਦੇ ਹਾਂ, ਸੁਣਦੇ ਹਾਂ, ਸਰਵਣ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਇਤਿਹਾਸ ਦੁਨੀਆ ਦੇ ਸਮੁੱਚੇ ਇਤਿਹਾਸਾਂ ਨਾਲੋਂ ਸਾਧ ਸੰਗਤ ਜੀ ਵੱਖਰਾ ਹੈ, ਜਿਨ੍ਹਾਂ ਨੇ ਆਪਣੇ ਵਾਸਤੇ ਕੁਝ ਨਹੀਂ ਕੀਤਾ, ਸਿਰਫ ਕੌਮ ਦੇ ਲਈ, ਧਰਮ ਦੇ ਵਾਸਤੇ ਆਪਣਾ ਸਾਰਾ ਪਰਿਵਾਰ, ਸਾਰਾ ਸਰਬੰਸ ਵਾਰਦੇ ਨੇ, ਪਿਤਾ ਨੂੰ ਤੋਰਦੇ ਨੇ ਸ਼ਹੀਦ ਹੋਣ ਵਾਸਤੇ। ਸਾਰਾ ਪਰਿਵਾਰ ਇੱਥੋਂ ਤੱਕ ਕਿ ਆਪਣੇ ਬੀਬੀ ਬੀਰੋ ਭੂਆ ਸੀ ਗੁਰੂ ਸਾਹਿਬ ਜੀ ਦੀ, ਉਹਦੇ ਵੀ 5 ਪੁੱਤਰ ਸਨ, ਭਾਈ ਸੰਗੋ ਸਾਹਿਬ ਵਰਗੇ, ਜਿਨ੍ਹਾਂ ਵਿੱਚੋਂ ਕੁਝ 2 ਪਾਉਂਟਾ ਸਾਹਿਬ ਦੀ ਧਰਤੀ ਤੇ ਜਦੋਂ ਸਤਿਗੁਰੂ ਜੀ ਜਾਂਦੇ ਨੇ, ਭੰਗਾਣੀ ਦਾ ਯੁੱਧ ਹੁੰਦਾ ਹੈ, ਉਸ ਯੁੱਧ ਦੇ ਵਿੱਚ ਸ਼ਹੀਦੀਆਂ ਪਾਉਂਦੇ ਨੇ। ਬਾਕੀ ਦੇ ਜਿਹੜੇ 3 ਨੇ ਉਹ ਅਨੰਦਪੁਰ ਸਾਹਿਬ ਦੇ, ਜੋ ਇਸ ਮਹੀਨੇ ਵਿੱਚ ਯੁੱਧ ਹੋਇਆ ਹੈ, ਸਾਧ ਸੰਗਤ ਜੀ 7-8 ਮਹੀਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਹੋਇਆ। ਨਾ ਕੁਝ ਅਨੰਦਪੁਰ ਸਾਹਿਬ ਤੋਂ ਬਾਹਰ ਆਉਂਦਾ ਹੈ, ਨਾ ਕੁਝ ਜਾਂਦਾ ਹੈ। ਉਹਨਾਂ ਦਾ ਖਾਣਾ ਪਾਣੀ ਵੀ ਸਿੰਘਾਂ ਦਾ ਬੰਦ ਕੀਤਾ ਹੋਇਆ। ਤੇ ਆਪਾਂ ਸੋਚ ਕੇ ਵੇਖੀਏ, ਕਿਉਂਕਿ ਆਪਣੇ ਤੇ ਸਮਾਂ ਹੁਣ ਲੰਘਿਆ, ਕੁਝ ਮਹੀਨੇ ਹੀ ਆਪਾਂ ਬੰਦ ਹੋਏ ਸੀ ਤੇ ਕੀ ਹਾਲ ਹੋਇਆ ਆਪਣਾ। ਲੋਕਡਾਊਨ ਹੋਏ ਆ, 2 ਮਹੀਨੇ 3 ਮਹੀਨੇ ਬੰਦ ਰਹੇ ਆ, ਨਾ ਸਭ ਕੁਝ ਮਿਲਦਾ ਸੀ ਆਪਾਂ ਨੂੰ, ਲੋਕ ਘਰਾਂ 'ਚ ਆ ਕੇ ਦਿੰਦੇ ਸੀ, ਫੇਰ ਵੀ ਇੰਨੇ ਤੰਗ ਆ ਚੁੱਕੇ ਸੀ ਆਪਾਂ। ਹਰ ਇੱਕ ਅੰਦਰੋਂ ਤੜਫ ਰਿਹਾ ਸੀ ਬਾਹਰ ਨਿਕਲਣ ਵਾਸਤੇ, ਇੱਕ ਦੂਸਰੇ ਨੂੰ ਮਿਲਣ ਵਾਸਤੇ। ਤੇ ਸਾਧ ਸੰਗਤ ਜਿਨ੍ਹਾਂ ਨੇ 8 ਮਹੀਨੇ ਇਹ ਦੁੱਖ ਝੱਲਿਆ ਹੋਵੇ, ਉਹਨਾਂ ਦਾ ਕੀ ਹਾਲ ਹੋਵੇਗਾ। ਆਪਣੇ ਨਾਲ ਉਹਨੂੰ ਮਿਲਾ ਕੇ ਵੇਖੀਏ ਕਿ ਆਪਾਂ ਤਾਂ 2 ਮਹੀਨੇ ਦੀ ਇਹ ਜਿਹੜਾ ਬੰਦ ਸੀ ਉਹ ਝੱਲਿਆ ਨਹੀਂ ਗਿਆ। ਖਾਣ ਨੂੰ ਆਪਾਂ ਨੂੰ ਸਭ ਕੁਝ ਮਿਲਦਾ ਸੀ, ਪਰ ਉਹਨਾਂ ਨੂੰ ਖਾਣ ਨੂੰ ਵੀ ਕੁਝ ਨਹੀਂ ਸੀ ਮਿਲਦਾ। ਇਤਿਹਾਸ ਵਿੱਚ ਮਿਲਦਾ ਵੀ ਦਰਖਤਾਂ ਦੇ ਪੱਤੇ, ਦਰਖਤਾਂ ਦੇ ਸੱਕ, ਉਹ ਵੀ ਉਬਾਲ ਕੇ ਖਾਂਦੇ ਰਹੇ, ਪਾਣੀ ਪੀ ਕੇ ਗੁਜ਼ਾਰਾ ਕਰਦੇ ਰਹੇ। ਤੇ ਕਿਹੋ ਜਿਹੇ ਸਿਦਕ ਵਾਲੇ ਉਹ ਸਿੱਖ ਸਨ। ਇੰਨੀਆਂ ਕੁਰਬਾਨੀਆਂ ਇਸ ਮਹੀਨੇ ਦੇ ਵਿੱਚ ਸਾਧ ਸੰਗਤ ਜੀ ਚੱਲੀਆਂ ਨੇ।
ਅਖੀਰ ਸਮਾਂ ਆ ਜਾਂਦਾ ਹੈ ਜਦੋਂ ਪੋਹ ਦੇ 6 ਤੇ 7 ਵਾਲਾ ਜਿਹੜੀ ਰਾਤ ਆਉਂਦੀ ਹੈ, ਸਤਿਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵਾਸਤੇ ਤਿਆਰ ਹੋ ਜਾਂਦੇ ਹੈ। ਉਹ ਵੀ ਸੰਗਤਾਂ ਦੇ ਸਮੁੱਚੇ ਸਿੰਘਾਂ ਦੇ ਕਹਿਣ ਤੇ, ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ, ਕਿਉਂਕਿ ਮਹਾਰਾਜ ਜੀ ਤਾਂ ਆਪਾਂ ਪੜ੍ਹਦੇ ਹਾਂ ਵੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਤੇ ਘਟ ਘਟ ਕੇ ਅੰਦਰ ਦੀ ਜਾਣਨ ਵਾਲੇ ਸੀ। ਉਹ ਜਾਣਦੇ ਸੀ ਵੀ ਜਦੋਂ ਬਾਹਰ ਨਿਕਲਾਂਗੇ ਵੈਰੀ ਕਿਵੇਂ ਸਾਡੇ ਨਾਲ ਕਰੇਗਾ, ਕੀ ਸਾਡੇ ਨਾਲ ਵਤੀਰਾ ਹੋਵੇਗਾ, ਕਿਹੋ ਜਿਹਾ ਵਿਹਾਰ ਹੋਵੇਗਾ। ਪਰ ਫਿਰ ਵੀ ਸਿੰਘਾਂ ਦੇ ਪਿਆਰ ਅੱਗੇ, ਸਿੰਘਾਂ ਦੀ ਅਰਦਾਸ ਅੱਗੇ, ਮਾਤਾ ਗੁਜਰ ਕੌਰ ਜੀ ਦੇ ਕਹਿ ਦਈਏ ਹੁਕਮ ਦੇ ਅੱਗੇ ਮਹਾਰਾਜ ਨੂੰ ਇਹ ਮੰਨਣਾ ਪਿਆ। ਕਿਲ੍ਹਾ ਛੱਡਣ ਵਾਸਤੇ ਸਤਿਗੁਰੂ ਜੀ ਤਿਆਰ ਹੋ ਜਾਂਦੇ ਨੇ। ਫਿਰ ਵੀ ਸਾਧ ਸੰਗਤ ਜੀ, ਸਤਿਗੁਰੂ ਜੀ ਕੁਝ ਟੋਲੇ ਬਣਾ ਕੇ, ਕਿਉਂਕਿ ਇਤਿਹਾਸ ਬੜਾ ਲੰਮਾ ਹੈ, ਪਹਿਲਾਂ ਵੀ ਸਤਿਗੁਰੂ ਜੀ ਇੱਕ ਵਾਰੀ ਪਰਖ ਚੁੱਕੇ ਸਨ। ਕੁਝ ਆਪਣੇ ਘੋੜਿਆਂ ਦੇ ਉੱਪਰ ਪੁਰਾਣਾ ਸਮਾਨ ਲੱਦ ਕੇ ਸੋਹਣੇ ਮਖਮਲੀ ਕੱਪੜਿਆਂ ਨਾਲ ਢੱਕ ਕੇ ਭੇਜਿਆ ਤੇ ਵੈਰੀ ਉਹਨਾਂ ਦੇ ਉੱਪਰ ਟੁੱਟ ਕੇ ਪੈ ਗਿਆ ਵੀ ਸਤਿਗੁਰੂ ਦਾ ਖਜ਼ਾਨਾ ਜਾ ਰਿਹਾ। ਪਰ ਜਦੋਂ ਵੇਖਿਆ ਹੱਥ ਵਿੱਚ ਕੁਝ ਨਜ਼ਰ ਨਾ ਆਇਆ, ਕੁਝ ਨਾ ਮਿਲਿਆ ਤੇ ਬੜੇ ਨਿੰਮੋ ਝੂਣੇ ਬੇਸ਼ਰਮ ਹੋਏ ਵੀ ਸਤਿਗੁਰੂ ਜੀ ਨੇ ਕੀ ਕੌਤਕ ਕੀਤਾ ਹੈਗਾ। ਪਰ ਮਹਾਰਾਜ ਉਹਨਾਂ ਨੂੰ ਪਰਖਣਾ ਚਾਹੁੰਦੇ ਸੀ ਔਰ ਸਿੰਘਾਂ ਨੂੰ ਵਿਖਾਉਣਾ ਚਾਹੁੰਦੇ ਸੀ ਵੀ ਇਹ ਬੈਰੀ ਜਿਹੜਾ ਹੈ ਕਿੱਥੋਂ ਤੱਕ ਡਿੱਗ ਸਕਦਾ। ਇਸੇ ਤਰ੍ਹਾਂ ਹੁਣ ਸਾਧ ਸੰਗਤ ਜੀ, ਸਤਿਗੁਰਾਂ ਨੇ ਫਿਰ ਇਹ ਵਿਚਾਰ ਬਣਾਈ ਹੈ, ਕਿਲ੍ਹੇ ਦੇ ਵਿੱਚੋਂ ਨਿਕਲਦੇ ਆ 7 ਦੇ 10 ਦੇ ਟੋਲੇ ਬਣਾ ਕੇ, ਜਿਹਦੇ ਵਿੱਚ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦੇ ਨਿੱਕੇ ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ ਨਾਲ ਕੁਝ ਸਿੰਘ, ਉਹਨਾਂ ਦਾ ਇੱਕ ਗਰੁੱਪ ਜੱਥਾ ਬਣਾਇਆ ਹੈ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਣੀ ਸਿੰਘ ਜੀ, ਹੋਰ ਕੁਝ ਸਿੰਘ ਇੱਕ ਜੱਥਾ ਬਣਾਇਆ ਹੈ। ਇਸੇ ਤਰ੍ਹਾਂ ਜੱਥੇ ਬਣਾ ਕੇ ਕਿਲ੍ਹੇ ਦੇ ਵਿੱਚੋਂ ਬਾਹਰ ਕੱਢੀ ਜਾਂਦੇ ਆ। ਜਦੋਂ ਇੱਕ ਜੱਥਾ ਬਹੁਤ ਦੂਰ ਚਲਾ ਜਾਂਦਾ ਫਿਰ ਦੂਸਰਾ ਜੱਥਾ ਪਿੱਛੇ ਭੇਜਦੇ ਆ, ਤਾਂ ਕਿ ਬੈਰੀ ਨੂੰ ਇਹ ਭੁਲੇਖਾ ਪਿਆ ਰਵੇ ਵੀ ਹਜੇ ਮਗਰ ਪਤਾ ਨਹੀਂ ਕਿੰਨੇ ਕੁ ਸਿੰਘ ਰਹਿੰਦੇ ਆ। ਇਸ ਕਰਕੇ ਇੱਕ ਜੱਥਾ ਭੇਜਦੇ ਨੇ, ਫਿਰ ਰੁਕ ਜਾਂਦੇ ਆ, ਫਿਰ ਜਦੋਂ ਦੂਰ ਚਲਾ ਜਾਂਦਾ ਫਿਰ ਦੂਸਰਾ ਜੱਥਾ ਭੇਜਦੇ ਆ। ਔਰ ਸਭ ਤੋਂ ਮਗਰ ਸਤਿਗੁਰੂ ਜੀ ਨੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ, ਉਹਨਾਂ ਨੂੰ ਜੱਥੇ ਦੇ ਵਿੱਚ ਕਿਹਾ ਹੋਇਆ ਕਿ ਜਦੋਂ ਅਖੀਰਲਾ ਜੱਥਾ ਹੈ ਉਹ ਤੁਸੀਂ ਬਾਹਰ ਨਿਕਲਣਾ ਹੈ। ਐਸਾ ਗੁਰੂ ਸਾਧ ਸੰਗਤ ਵੀ ਲੋਕ ਇਹ ਨਾ ਸੋਚਣ ਵੀ ਆਪਣੇ ਪੁੱਤਰਾਂ ਨੂੰ ਪਹਿਲਾਂ ਕੱਢ ਦਿੱਤਾ ਤੇ ਬੇਗਾਨਿਆਂ ਨੂੰ ਮਰਵਾਉਣ ਵਾਸਤੇ ਮਗਰ ਰੱਖਿਆ। ਆਪਣੇ ਪੁੱਤਰਾਂ ਨੂੰ ਮਗਰ ਰੱਖਿਆ, ਬਾਕੀ ਸਾਰਿਆਂ ਯੋਧਿਆਂ ਨੂੰ ਬਾਹਰ ਕੱਢਿਆ। ਸਾਧ ਸੰਗਤ ਜੀ, ਕਵੀ ਲਿਖਣ ਵਾਲੇ ਲਿਖਦੇ ਹੈ ਵੀ ਜਦੋਂ ਐਸਾ ਮਾਹੌਲ ਦਰਦ ਭਰਿਆ ਹੁੰਦਾ ਹੈ, ਗੁਰੂ ਸਾਹਿਬ ਜੀ ਕਿਲ੍ਹੇ ਨੂੰ ਛੱਡ ਕੇ ਜਾਂਦੇ ਹੈ, ਮਾਨੋ ਕਿ ਆਨੰਦਪੁਰ ਸਾਹਿਬ ਦੀ ਰੌਣਕ ਅੱਜ ਜਾ ਰਹੀ ਹੈ। ਅੱਜ ਆਨੰਦਪੁਰ ਉੱਜੜਨ ਲੱਗਿਆ ਹੈ। ਆਨੰਦਪੁਰ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਸਾਹਿਬਜ਼ਾਦੇ ਦੇ ਨਾਲ ਹੀ ਜਾ ਰਹੀਆਂ ਨੇ। ਤੇ ਕਿਸੇ ਕਵੀ ਨੇ ਕੁਝ ਸਤਰਾਂ ਲਿਖੀਆਂ ਨੇ ਵੀ ਜਦੋਂ 6 ਤੇ 7 ਪੋਹ ਦੀ ਰਾਤ ਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਵਿਛੋੜਾ ਪੈਂਦਾ ਹੈ, ਮਾਤਾ ਗੁਜਰ ਕੌਰ ਜਾਂਦੀ ਹੈ, ਸਾਹਿਬਜ਼ਾਦੇ ਜਾਂਦੇ ਨੇ, ਜਿਹੜੇ ਆਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਖੇਡੇ, ਆਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਜਵਾਨ ਹੋਏ, ਉੱਥੇ ਅਨੇਕਾਂ ਦੇ ਕੌਤਕ ਵਰਤਾਉਂਦੇ ਰਹੇ। ਤੇ ਜਦੋਂ ਅੱਜ ਸਦਾ ਵਾਸਤੇ ਉਹ ਜਾ ਰਹੇ ਨੇ, ਇੱਕ ਵਿਛੋੜਾ ਪੈ ਰਿਹਾ ਤੇ ਸਾਧ ਸੰਗਤ ਕਵੀ ਲਿਖਦੇ ਆ, ਉੱਥੋਂ ਦੇ ਜਾਨਵਰ, ਉੱਥੋਂ ਦੇ ਦਰਖਤ, ਉੱਥੋਂ ਦੀਆਂ ਗਲੀਆਂ ਵੀ ਰੋ ਰੋ ਕੇ ਧਾਹਾਂ ਮਾਰਦੀਆਂ ਨੇ ਕਿ ਇਹ ਪ੍ਰੀਤਮ ਤੇਰਾ ਜਿਹੜਾ ਵਿਛੋੜਾ ਹੈ ਉਹ ਸਾਡੇ ਕੋਲੋਂ ਝੱਲਿਆ ਨਹੀਂ ਜਾਂਦਾ ਹੈ। ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ।
ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ। ਦਾਤਾ ਸਾਡੇ ਕੋਲੋਂ ਕਿਹੜਾ ਕਰਜ਼ਾ ਚੁਕਾਇਆ ਏ, ਦਾਤਾ ਸਾਡੇ ਕੋਲੋਂ ਕਿਹੜਾ ਕਰਜ਼ਾ ਚੁਕਾਇਆ ਏ। ਦੱਸੀ ਮੇਰੇ ਪ੍ਰੀਤਮਾ ਤੂੰ ਮੁਖ ਕਿਉਂ ਛੁਪਾਇਆ ਏ। ਦੱਸੀ ਮੇਰੇ ਪ੍ਰੀਤਮਾ ਤੂੰ ਮੁਖ ਕਿਉਂ ਛੁਪਾਇਆ ਏ। ਹੋਇਆ ਕੀ ਕਸੂਰ ਕਿਹੜੇ ਜਨਮ ਦਾ ਵੈਰ ਜੀ, ਗਲੀ ਗਲੀ ਰੋਈ ਏ ਆਨੰਦਪੁਰ ਸ਼ਹਿਰ ਦੀ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ। ਜਿਨ੍ਹਾਂ ਗਲੀਆਂ 'ਚ ਰਿਹਾ ਫਤਿਹ ਸਿੰਘ ਖੇਡਦਾ, ਜਿਨ੍ਹਾਂ ਗਲੀਆਂ 'ਚ ਰਿਹਾ ਫਤਿਹ ਸਿੰਘ ਖੇਡਦਾ, ਉਹਨਾਂ ਗਲੀਆਂ 'ਚ ਬੈਰੀ ਸੱਪ ਵਾਂਗੂ ਮੇਲਦਾ। ਉਹਨਾਂ ਗਲੀਆਂ 'ਚ ਵੈਰੀ ਸੱਪ ਵਾਂਗ ਮੇਲਦਾ, ਚੱਲੀ ਨਹੀਂਓ ਜਾਣੀ ਗੁਲਾਮੀ ਕਿਸੇ ਗੈਰ ਦੀ, ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ, ਮਾਹੀ ਦੇ ਵਿਛੋੜੇ ਵਾਲੀ, ਮਾਹੀ ਦੇ ਵਿਛੋੜੇ ਵਾਲੀ ਰਾਤ ਆਈ ਕਹਿਰ ਦੀ, ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ, ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ। ਯਾਦ ਆਵੇ ਜੋਰਾਵਰ ਅਜੀਤ ਤੇ ਜੁਝਾਰ ਦੀ, ਯਾਦ ਆਵੇ ਜੋਰਾਵਰ ਅਜੀਤ ਤੇ ਜੁਝਾਰ ਦੀ, ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਾਜ਼ਾਰ ਦੀ। ਜਿਨ੍ਹਾਂ ਦੇ ਸਹਾਰੇ ਜਿਉਂਦੀ ਰੌਣਕ ਬਾਜ਼ਾਰ ਦੀ,
ਲੱਭਣੀ ਨਾ ਧੂੜ ਕਿਤੋਂ, ਲੱਭਣੀ ਨਾ ਧੂੜ ਕਿਤੋਂ, ਬੱਚਿਆਂ ਦੇ ਪੈਰ ਦੀ ਗਲੀ ਗਲੀ ਰੋਂਦੀ ਏ, ਆਨੰਦਪੁਰ ਸ਼ਹਿਰ ਦੀ। ਮਾਹੀ ਦੇ ਵਿਛੋੜੇ ਵਾਲੀ, ਮਾਹੀ ਦੇ ਵਿਛੋੜੇ ਵਾਲੀ, ਰਾਤ ਆਈ ਕਹਿਰ ਦੀ ਗਲੀ ਗਲੀ ਰੋਂਦੀ ਏ, ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ, ਆਨੰਦਪੁਰ ਸ਼ਹਿਰ ਦੀ। ਮਾਹੀ ਦੇ ਵਿਛੋੜੇ ਵਾਲੀ, ਰਾਤ ਆਈ ਕਹਿਰ ਦੀ ਗਲੀ ਗਲੀ ਰੋਂਦੀ ਏ, ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ, ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੋਂਦੀ ਏ, ਆਨੰਦਪੁਰ ਸ਼ਹਿਰ ਦੀ। ਕਿਉਂ ਕਵੀ ਨੇ ਸਤ ਸੰਗ ਜੀ ਉਹ ਵਿਛੋੜਾ, ਉਹ ਦਰਦ ਆਪਣੀ ਕਲਮ ਦੇ ਨਾਲ ਵਰਣਨ ਕੀਤਾ ਹੈ ਕਿ ਜਦੋਂ ਸਤਿਗੁਰੂ ਜੀ ਪਰਿਵਾਰ ਦੇ ਨਾਲ ਆਨੰਦਪੁਰ ਸਾਹਿਬ ਦੀ, ਜਿਹਨੂੰ ਆਨੰਦਾਂ ਦੀ ਪੁਰੀ ਕਿਹਾ ਜਾਂਦਾ ਹੈ, ਉਹਨੂੰ ਛੱਡ ਕੇ ਤੁਰਦੇ ਹੈ ਤੇ ਇੰਜ ਲੱਗਦਾ ਵੀ ਆਨੰਦਪੁਰ ਸਾਹਿਬ ਦੀਆਂ ਗਲੀਆਂ ਵੀ ਰੋ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੋਰਾਵਰ ਸਿੰਘ ਖੇਡਿਆ। ਜਿਨ੍ਹਾਂ ਥਾਵਾਂ ਦੇ ਉੱਪਰ ਸਾਹਿਬਜ਼ਾਦਿਆਂ ਦੇ ਚਰਨ ਪਏ, ਉੱਥੋਂ ਦੇ ਜਾਨਵਰ ਪਸ਼ੂ ਪੰਛੀ ਵੀ ਧਾਹਾਂ ਮਾਰ ਰਹੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਪਿਛਲੇ ਸਾਲ ਆਪਾਂ ਇਤਿਹਾਸ ਸ਼ੁਰੂ ਕੀਤਾ ਸੀ ਇਸ ਜਗ੍ਹਾ ਤੋਂ, ਚਮਕੌਰ ਸਾਹਿਬ ਦੀ ਗੜੀ ਤੱਕ ਆਪਾਂ ਪਹੁੰਚੇ ਹੋਏ ਸੀ ਕਿ ਸਤਿਗੁਰੂ ਜੀ ਉਹ ਸਰਸਾ ਨੂੰ ਪਾਰ ਕਰਕੇ ਅੱਗੇ ਨਿੰਗਖਾਂ ਕੋਟਲੇ ਵਾਲੇ ਦੇ ਕੋਲ ਭਾਈ ਬਚਿੱਤਰ ਸਿੰਘ ਨੂੰ ਛੱਡ ਕੇ ਉਹ ਸਾਰਾ ਇਤਿਹਾਸ ਉਸ ਗੜੀ ਦੇ ਵਿੱਚ ਆ ਪਹੁੰਚਦੇ ਹੈ, ਜਿਸ ਥਾਂ ਨੂੰ ਯਾਰ ਖਾਨ ਜੋਗੀ ਸਾਧ ਸੰਗਤ ਜੀ ਜਿਨ੍ਹਾਂ ਨੇ ਇਤਿਹਾਸ ਲਿਖਿਆ ਹੈ, ਬੜੇ ਪਿਆਰ ਦੇ ਵਿੱਚ ਭਿੱਜ ਕੇ, ਯਾਰ ਖਾਨ ਜੋਗੀ ਜੀ ਦਾ ਨਾਮ ਹੈ, ਉਹਨੇ ਗੁਰੂ ਸਾਹਿਬ ਜੀ ਚਮਕੌਰ ਸਾਹਿਬ ਦਾ ਇਤਿਹਾਸ ਲਿਖਿਆ ਹੈ। ਉਹ ਲਿਖਦਾ ਹੈ ਕਿ ਸਤਿਗੁਰੂ ਜੀ ਜਦੋਂ ਗੜੀ ਦੇ ਵਿੱਚ ਵੜਦੇ ਹੈ, ਵੜਦਿਆਂ ਸਾਰ ਅੰਦਰ ਕੱਚੀ ਗੜੀ ਹੈ, ਉਹਦੇ ਵਿੱਚ ਜਾ ਕੇ ਆਪਣੀ ਕਟਾਰ ਦੇ ਨਾਲ ਕੱਚੀ ਮਿੱਟੀ ਨੂੰ ਹੱਥ ਉੱਪਰ ਰੱਖਦੇ ਆ ਤੇ ਫੂਕ ਮਾਰ ਕੇ ਉਹਨੂੰ ਉਡਾ ਦਿੰਦੇ ਆ। ਸਿੰਘਾਂ ਨੇ ਪੁੱਛਿਆ, ਸਤਿਗੁਰੂ ਜੀ ਇਹ ਕੀ ਕੌਤਕ ਹੈ? ਮਿੱਟੀ ਪੱਟੀ ਹੱਥ ਦੇ ਉੱਪਰ ਰੱਖ ਕੇ ਫੂਕ ਮਾਰ ਕੇ ਉਡਾ ਦਿੱਤੀ। ਤੇ ਸਤਿਗੁਰੂ ਜੀ ਕਹਿਣ ਲੱਗੇ ਹੱਸ ਕੇ ਵੀ ਸਿੰਘੋ, ਇਹ ਗੜੀ ਜਿਹੜੀ ਅੱਜ ਆਪਾਂ ਜਿਸ ਥਾਂ ਤੇ ਆਏ ਹਾਂ, ਜਿਸ ਗੜੀ ਦੇ ਵਿੱਚ ਆਪਾਂ ਵੜੇ ਹਾਂ, ਇਹ ਹੈ ਤੇ ਕੱਚੀ, ਇਹਦੀ ਬੁਨਿਆਦ ਕੱਚੀ ਹੈ, ਇਹਦੀਆਂ ਇੱਟਾਂ ਹਰ ਚੀਜ਼ ਕੱਚੀ ਬਣੀ ਹੋਈ ਹੈ। ਪਰ ਸਮਾਂ ਇਹੋ ਜਿਹਾ ਹੁਣ ਇੱਥੇ ਆ ਜਾਣਾ ਕਿ ਦੁਨੀਆ ਦੇ ਵਿੱਚ ਵੱਡੇ ਵੱਡੇ ਕਿਲੇ ਇਸ ਗੜੀ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਗੜੀ ਦਾ, ਇਸ ਕਿਲੇ ਦਾ ਇਹੋ ਜਿਹਾ ਇਤਿਹਾਸ ਅੱਜ ਬਣ ਜਾਣਾ ਕਿ ਦੁਨੀਆ ਦੇ ਵਿੱਚ ਵੱਡੇ ਵੱਡੇ ਕਿਲੇ ਜਿਹੜੇ ਹੈ ਉਹ ਇਹਦੇ ਸਾਹਮਣੇ ਫਿੱਕੇ ਪੈ ਜਾਇਆ ਕਰਨਗੇ। ਇਉਂ ਜਿਵੇਂ ਹਵਾ ਦੇ ਵਿੱਚ ਮਿੱਟੀ ਉੱਡ ਗਈ ਹੈ, ਇਸ ਤਰ੍ਹਾਂ ਇਹ ਗੜੀ ਦੇ ਮੁੜੇ ਉੱਡ ਜਾਣਗੇ। ਤੇ ਅੱਜ ਵੇਖ ਲਓ, ਸੰਸਾਰ ਦੇ ਉੱਪਰ ਆਪਾਂ ਜਾਂਦੇ ਹਾਂ ਚਮਕੌਰ ਸਾਹਿਬ, ਉਹ ਗੜੀ ਤਾਂ ਕੱਚੀ ਤੋਂ ਪੱਕੀ ਬਣ ਗਈ, ਉੱਥੇ ਖਾਲਸੇ ਦੇ ਨਿਸ਼ਾਨ ਝੁੱਲ ਰਹੇ ਨੇ। ਤੇ ਜਿਹੜੇ ਸਾਧ ਸੰਗਤ ਜੀ ਸਾਹਿਬਜ਼ਾਦਿਆਂ ਨੂੰ ਸਜ਼ਾਵਾਂ ਦੇਣ ਵਾਲੇ ਸੀ, ਵਜੀਦ ਖਾਨ ਵਰਗੇ, ਜਾਓ ਸਰਹੰਦ ਵਿੱਚ ਉਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਲੱਭਦਾ। ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ, ਉੱਥੇ ਅੱਜ ਵੀ ਉਹ ਕੰਧ ਖੜੀ ਸਾਨੂੰ ਦੱਸ ਰਹੀ ਹੈ ਵੀ ਇਸ ਥਾਂ ਦੇ ਉੱਪਰ ਗੁਰੂ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਉਹ ਬੁਰਜ ਅੱਜ ਵੀ ਖੜਾ ਸਾਨੂੰ ਦੱਸ ਰਿਹਾ ਹੈ ਕਿ ਇਸ ਜਗ੍ਹਾ ਦੇ ਉੱਪਰ ਜਗਤ ਮਾਤਾ ਗੁਜਰ ਕੌਰ ਜੀ ਨੇ ਰਾਤਾਂ ਗੁਜ਼ਾਰੀਆਂ ਠੰਡ ਦੇ ਵਿੱਚ। ਪਰ ਜਿਨ੍ਹਾਂ ਨੇ ਉੱਥੇ ਬੈਠ ਕੇ ਹੁਕਮ ਕੀਤਾ ਸੀ ਕਿ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ, ਉਹਨਾਂ ਦਾ ਥਾਂ ਟਿਕਾਣਾ ਹੀ ਨਹੀਂ ਹੈ ਕੋਈ। ਤਾਂ ਮਹਾਰਾਜ ਕਹਿਣ ਲੱਗੇ ਵੀ ਇਹ ਗੜੀ ਤੇ ਹੈ ਕੱਚੀ, ਇਹਦੀ ਬੁਨਿਆਦ ਕੱਚੀ ਹੈ,
ਪਰ ਸਮਾਂ ਆਵੇਗਾ ਇਹ ਗੜੀ ਰਹਿੰਦੀ ਦੁਨੀਆ ਤੱਕ ਰਹੇਗੀ ਤੇ ਇਹਦੇ ਮੁਕਾਬਲੇ ਵਿੱਚ ਵੱਡੇ ਵੱਡੇ ਕਿਲੇ ਜਿਹੜੇ ਨੇ ਉਹ ਤਬਾਹ ਹੋ ਜਾਣਗੇ। ਤੇ ਉਹ ਕਵੀ ਲਿਖਦਾ ਹੈ, ਸਤਿਗੁਰੂ ਜੀ ਫਿਰ ਉੱਥੇ ਜਦੋਂ ਲਿਖਦੇ ਆ, ਜਿਸ ਖਿੱਤੇ ਮੇਂ ਹਮ ਕਹਤੇ ਥੇ ਆਣਾ ਜੇ ਵਹੀ ਹੈ। ਖਿੱਤਾ ਕਹਿੰਦੇ ਉਹ ਜਗ੍ਹਾ ਨੂੰ, ਉਹ ਥਾਂ ਨੂੰ, ਕਿ ਸਿੰਘੋ ਜਿਹੜੀ ਜਗ੍ਹਾ ਤੇ ਮੈਂ ਤੁਹਾਨੂੰ ਕਹਿ ਰਿਹਾ ਸੀ ਆਪਣਾ ਬਹੁਤ ਵੱਡਾ ਅਹਿਮ ਧਿਆਨ ਹੋਣਾ, ਇਹ ਉਹ ਜਗ੍ਹਾ ਆ ਗਈ ਹੈ। ਸਰਸਾ ਦੇ ਕਿਨਾਰੇ ਵੀ ਜਦੋਂ ਸਾਧ ਸੰਗਤ ਜੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ, ਆਲੇ ਦੁਆਲੇ ਜੰਗ ਹੋ ਰਹੀ ਹੈ। ਦੇਖੋ ਸਤਿਗੁਰੂ ਜੀ ਦੇ ਜੀਵਨ ਦੇ ਵਿੱਚ ਇਹ ਸਿਖਾ ਗਏ ਆ ਵੀ ਏਡੇ ਵੱਡੇ ਦੁੱਖ ਵੀ ਹੋਣ ਤੇ ਆਪਣਾ ਨੇਮ ਨਾ ਛੱਡੀ। ਚਾਰ ਸਫੇਰੇ ਜੰਗ ਹੋ ਰਹੀ ਹੈ, ਮਾਰੋ ਮਾਰੀ ਹੋ ਰਹੀ ਹੈ, ਤੀਰ ਤਲਵਾਰਾਂ ਚੱਲ ਰਹੀਆਂ ਨੇ, ਪਰ ਸਤਿਗੁਰੂ ਜੀ ਆਸਾ ਕੀ ਵਾਰ ਦਾ ਕੀਰਤਨ ਸੁਣ ਰਹੇ ਆ। ਜਦੋਂ ਤੁਰਨ ਲੱਗਦੇ ਆ, ਪੁੱਛਿਆ ਵੀ ਸਾਹਿਬਜ਼ਾਦਾ ਅਜੀਤ ਤੇ ਜੁਝਾਰ ਸਿੰਘ ਕਿੱਥੇ ਆ? ਸਿੰਘਾਂ ਨੇ ਕਿਹਾ ਵੀ ਬੈਰੀ ਦੇ ਨਾਲ ਦੋ ਹੱਥ ਕਰ ਰਹੇ ਆ, ਜੰਗ ਕਰ ਰਹੇ ਆ। ਉਦੋਂ ਮਹਾਰਾਜ ਨੇ ਕਿਹਾ ਵੀ ਉਹਨਾਂ ਨੂੰ ਆਵਾਜ਼ ਮਾਰੋ, ਕਹੋ ਵੀ ਅਜੇ ਜਗ੍ਹਾ ਨਹੀਂ ਆਈ, ਹਜੇ ਉਹ ਥਾਂ ਨਹੀਂ ਆਈ। ਪਰ ਜਦੋਂ ਇੱਥੇ ਆਉਂਦੇ ਨੇ ਗੜੀ ਵਿੱਚ, ਉਦੋਂ ਕਹਿੰਦੇ ਨੇ ਜਿਸ ਖਿੱਤੇ ਮੇਂ ਹਮ ਕਹਤੇ ਥੇ ਆਣਾ ਜੇ ਵਹੀ ਹੈ। ਵੀ ਉਹ ਜਗ੍ਹਾ ਨਹੀਂ ਸੀ ਇਹਨਾਂ ਵਾਸਤੇ ਸ਼ਹੀਦੀ ਪਾਉਣ ਦੀ, ਇਹ ਜਗ੍ਹਾ ਸੀ ਜਿਹੜੀ ਜਗ੍ਹਾ ਤੇ ਹੁਣ ਆਪਾਂ ਆ ਗਏ ਹਾਂ। ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਹੈ ਜੇ ਵਹੀ ਹੈ, ਕਹਿੰਦੇ ਕੱਲ ਨੂੰ ਇਸ ਜਗ੍ਹਾ ਤੋਂ ਮੈਂ ਆਪਣਾ ਸਭ ਕੁਝ ਲੁਟਾ ਕੇ ਚਲਾ ਜਾਣਾ, ਇਹ ਜਗ੍ਹਾ ਉਹ ਆ ਗਈ ਹੈ, ਇਹ ਉਹ ਥਾਂ ਆ ਗਈ ਹੈ ਜਿੱਥੇ ਮੈਂ ਆਪਣਾ ਸਾਰਾ ਕੁਝ ਲੁਟਾ ਕੇ ਚਲਾ ਜਾਣਾ ਹੈ। ਜਿਸ ਜਾਂ ਪੇ ਹੈ ਬੱਚੋਂ ਕੋ ਕਟਾਣਾ ਜੇ ਵਹੀ ਹੈ, ਕਹਿੰਦੇ ਜਿਹੜੀ ਥਾਂ ਦੇ ਉੱਪਰ ਮੈਂ ਆਪਣੇ ਬੱਚਿਆਂ ਨੂੰ ਸ਼ਹੀਦ ਕਰਵਾਉਣਾ, ਆਪਣੀਆਂ ਅੱਖਾਂ ਦੇ ਸਾਹਮਣੇ ਜਿਨ੍ਹਾਂ ਨੂੰ ਮੈਂ ਟੁਕੜੇ ਹੁੰਦਿਆਂ ਹੋਇਆਂ ਵੇਖਣਾ, ਇਹ ਜਗ੍ਹਾ ਉਹੀ ਹੈ। ਮਿੱਟੀ ਕਹਿ ਦਿੱਤੀ ਹੈ ਕਿ ਠਿਕਾਣਾ ਜੇ ਵਹੀ ਹੈ, ਕਿ ਇਹ ਮਿੱਟੀ ਵੀ ਦੱਸਦੀ ਹੈ ਕਿ ਇਹ ਉਹ ਥਾਂ ਆ ਗਈ ਹੈ, ਉਹ ਜਗ੍ਹਾ ਆ ਗਈ ਹੈ ਜਿਸ ਜਗ੍ਹਾ ਦੇ ਉੱਪਰ ਹੁਣ ਮੇਰੇ ਬੱਚਿਆਂ ਨੇ ਸ਼ਹੀਦੀ ਪਾ ਦੇਣੀ ਹੈ ਤੇ ਇੱਥੋਂ ਕੱਲ ਨੂੰ ਮੈਂ ਸੁਰਖਰੂ ਹੋ ਕੇ ਜਾਣਾ ਹੈ। ਮਹਾਰਾਜ ਇਹ ਵਚਨ ਉੱਥੇ ਕਰ ਰਹੇ ਆ। ਔਰ ਵਚਨ ਕਰਦੇ ਆ, ਕਹਿੰਦੇ ਥੇ ਚਾਰ ਹੈ ਅਬ ਦੋ ਹੀ, ਕੱਲ ਜੇ ਵੀ ਨਾ ਹੋਣਗੇ। ਕਹਿੰਦੇ ਥੇ ਚਾਰ, ਜਿੱਦਾਂ ਮੈਂ ਅਨੰਦਪੁਰ ਸਾਹਿਬ ਤੋਂ ਚੱਲਿਆ ਸੀ, ਮੈਂ ਚਾਰ ਪੁੱਤ ਨਾਲ ਲੈ ਕੇ ਤੁਰਿਆ ਸੀ। ਪਰ ਅੱਗੇ ਸਰਸਾ ਦਾ ਸਮਾਂ ਇਹੋ ਜਿਹਾ ਆਇਆ, ਇਹੋ ਜਿਹਾ ਉੱਥੇ ਕਸਮਾਨ ਦਾ ਯੁੱਧ ਹੋਇਆ, ਸਰਸਾ ਦਾ ਪਾਣੀ ਚੜ੍ਹਿਆ। ਕਹਿੰਦੇ ਚਾਰਾਂ ਦੇ ਵਿੱਚੋਂ ਮੇਰੇ ਕੋਲੇ ਹੁਣ ਦੋ ਰਹਿ ਗਏ। ਥੇ ਚਾਰ ਹੈ ਅਬ ਦੋ ਹੀ। ਜਿੱਦਾਂ ਮੈਂ ਤੁਰਿਆ ਸੀ, ਮੈਂ ਚਾਰ ਪੁੱਤ ਲੈ ਕੇ ਤੁਰਿਆ ਸੀ, ਪਰ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਪਤਾ ਨਹੀਂ ਕਿੱਧਰ ਉਹ ਵਿਖਰ ਗਏ ਨੇ, ਪਰ ਹੁਣ ਹੈ ਮੇਰੇ ਕੋਲੇ ਦੋ। ਕੱਲ ਜੇ ਵੀ ਨਾ ਹੋ ਗਏ, ਕਹਿੰਦੇ ਹੁਣ ਕੱਲ ਨੂੰ ਇਹਨਾਂ ਨੇ ਵੀ ਨਹੀਂ ਹੋਣਾ ਮੇਰੇ ਕੋਲ, ਤੇ ਫਿਰ ਵੀ ਮੈਂ ਉਹ ਪ੍ਰਮਾਤਮਾ ਦਾ ਸ਼ੁਕਰ ਕਰਾਂਗਾ। ਇਹ ਵੀ ਕੱਲ ਨੂੰ ਮੇਰੇ ਕੋਲੋਂ ਚਲੇ ਜਾਣਗੇ, ਮੈਂ ਉਹ ਪ੍ਰਮਾਤਮਾ ਦਾ ਫਿਰ ਵੀ ਧੰਨਵਾਦ ਕਰਾਂਗਾ ਵੀ ਇਹ ਪ੍ਰਮਾਤਮਾ, ਇਹ ਤੇਰੀ ਬਖਸ਼ੀ ਹੋਈ ਦਾਤ ਸੀ, ਜਿਸ ਕੀ ਵਸਤ ਤਿਸ ਆਗੇ ਰੱਖੇ। ਤੇਰੀ ਹੀ ਦਿੱਤੀ ਹੋਈ ਇਹ ਵਸਤੂ ਹੈ ਤੇ ਮੈਂ ਤੇਰੇ ਅੱਗੇ ਰੱਖਣ ਲੱਗਿਆ, ਇਹਦੇ ਵਿੱਚ ਮੇਰਾ ਕੁਝ ਨਹੀਂ ਹੈ। ਤੇ ਕਵੀ ਲਿਖਦਾ ਹੈ, ਸਾਧ ਸੰਗਤ ਜੀ ਜੋਗੀ ਜੀ, ਵੀ ਜਦੋਂ ਇਹੋ ਜਿਹਾ ਹਿਰਦਾ ਗੁਰੂ ਦਾ ਵੇਖਿਆ ਵੀ ਅੱਖਾਂ ਦੇ ਸਾਹਮਣੇ ਸਤਿਗੁਰੂ ਜੀ ਇਹ ਸਾਰਾ ਕੁਝ ਸੀਨ ਵੇਖਦੇ ਨੇ, ਪੁੱਤਰਾਂ ਨੂੰ ਸ਼ਹੀਦ ਹੁੰਦੇ ਵੇਖਦੇ ਨੇ। ਬਾਬਾ ਅਜੀਤ ਸਿੰਘ ਜਾਂਦਾ ਹੈ ਜੰਗ ਦੇ ਵਿੱਚ, ਅਨੇਕਾਂ ਸਾਧ ਸੰਗਤ ਜੀ ਤੀਰ ਵੱਜਦੇ ਆ, ਨੇਜੇ ਵੱਜਦੇ ਆ, ਵਰਸੀਆਂ ਵੱਜਦੀਆਂ ਨੇ, ਤੇ ਉੱਤੋਂ ਮਹਾਰਾਜ ਜੀ ਜੈਕਾਰੇ ਛੱਡਦੇ ਨੇ ਆਪਣੇ ਪੁੱਤਰ ਨੂੰ ਲੜਦਿਆਂ ਹੋਇਆਂ ਵੇਖ ਕੇ। ਜੰਗ ਦੇ ਵਿੱਚ ਅੱਖਾਂ ਦੇ ਸਾਹਮਣੇ ਸਾਹਿਬਜ਼ਾਦਾ ਸ਼ਹੀਦ ਹੁੰਦਾ ਹੈ। ਇੱਕ ਨੇਜਾ ਆ ਕੇ ਕਹਿੰਦੇ ਆ ਵਿੱਚ ਵੱਜਦਾ ਹੈ ਪੇਟ ਦੇ, ਤੇ ਜਦੋਂ ਬਾਹਰ ਨਿਕਲਦਾ ਆਂਦਰਾਂ ਸਾਰੀਆਂ ਬਾਹਰ ਨਿਕਲ ਜਾਂਦੀਆਂ। ਸਾਹਿਬਜ਼ਾਦਾ ਘੋੜੀ ਤੋਂ ਹੇਠਾਂ ਡਿੱਗ ਪੈਂਦਾ। ਹੇਠਾਂ ਡਿੱਗਿਆ ਹੋਇਆ ਸਾਹਿਬਜ਼ਾਦਾ ਇੱਕ ਵਾਰੀ ਆਪਣੇ ਪਿਤਾ ਵੱਲ ਝੁਕਦਾ ਹੈ, ਸੀਸ ਝੁਕਾਉਂਦਾ ਹੈ, ਅੱਖਾਂ ਨਾਲ ਹੀ ਨਮਸਕਾਰ ਕਰਦਾ ਹੈ ਤੇ ਉੱਥੇ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ। ਤੇ ਇੱਧਰ ਗੜੀ ਦੇ ਵਿੱਚ ਉੱਤਰ ਖੜੇ ਹੋਏ ਸਤਿਗੁਰੂ ਜੀ ਜੈਕਾਰਾ ਬੁਲਾਉਂਦੇ ਨੇ, ਤੇ ਉਤਾਂ ਨੂੰ ਖੁਦਾ ਵੱਲ, ਉਸ ਰੱਬ ਵੱਲ ਇੱਕ ਬੇਨਤੀ, ਇੱਕ ਅਰਦਾਸ ਕਰਦੇ ਨੇ, ਸਤਿਗੁਰੂ ਜੀ ਤੇਰਾ ਕਰਜ਼ ਮੇਰੇ ਸਿਰ ਤੇ ਸੀ, ਉਹਦੇ ਵਿੱਚੋਂ ਅੱਜ ਪਹਿਲੀ ਕਿਸ਼ਤ ਮੈਂ ਉਤਾਰ ਚੱਲਿਆ। ਉਹ ਕਰਜ਼ ਕਿਹੜਾ ਸੀ? ਜਦੋਂ ਸਾਧ ਸੰਗਤ 1699 ਦੀ ਵਿਸਾਖੀ ਨੂੰ
ਖਾਲਸਾ ਸਾਜਿਆ, ਪੰਜ ਪਿਆਰੇ ਪਹਿਲਾਂ ਸਾਜੇ। ਜਦੋਂ ਪੰਜਾਂ ਤੋਂ ਆਪ ਅੰਮ੍ਰਿਤ ਰਹਿਣ ਲੱਗੇ ਤੇ ਭਾਈ ਦਇਆ ਸਿੰਘ ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਇਸ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਅਸੀਂ ਪਹਿਲਾਂ ਆਪਣੇ ਸੀਸ ਕਟਵਾਏ ਨੇ, ਤੁਸੀਂ ਗੁਰੂ ਹੋ, ਤੁਸੀਂ ਸਾਨੂੰ ਕੀ ਦੇਵੋਗੇ? ਉਦੋਂ ਸਾਧ ਸੰਗਤ ਸਤਿਗੁਰੂ ਨੇ ਕਿਹਾ ਸੀ ਵੀ ਤੁਸੀਂ ਇੱਕ ਸੀਸ ਮੈਨੂੰ ਦਿੱਤਾ ਹੈ ਇਸ ਅੰਮ੍ਰਿਤ ਦੇ ਬਦਲੇ, ਇਸ ਸਿੱਖੀ ਦੇ ਬਦਲੇ। ਮੈਂ ਇਹ ਸਿੱਖੀ ਦੇ ਬਦਲੇ ਆਪਣਾ ਪੂਰਾ ਸਰਬੰਸ ਦੇ ਦੇਵਾਂਗਾ। ਇਸੇ ਕਰਕੇ ਹੁਣ ਗੜੀ ਵਿੱਚ ਖੜ ਕੇ ਮਹਾਰਾਜ ਕਹਿੰਦੇ ਨੇ, ਪਰਮਾਤਮਾ ਰੱਬ ਮੈਂ ਤੇਰੀ ਪਹਿਲੀ ਕਿਸ਼ਤ ਜਿਹੜੀ ਹੈ ਅੱਜ ਉਹ ਅਦਾ ਕਰ ਦਿੱਤੀ ਹੈ। ਕਹਿੰਦੇ ਜਦੋਂ ਇਹ ਸਭ ਕੁਝ ਵੇਖਿਆ ਤੇ ਕਵੀ ਲਿਖਦਾ ਹੈ, ਕਹਿਣ ਲੱਗਿਆ ਭਾਵੇਂ ਮੈਂ ਇਤਿਹਾਸ ਲਿਖ ਰਿਹਾ ਹਾਂ ਗੁਰੂ ਗੋਬਿੰਦ ਸਿੰਘ ਦਾ, ਮੇਰੇ ਵਿੱਚ ਤਾਕਤ ਬਹੁਤ ਹੈ, ਮੇਰੀ ਕਲਮ ਬੜੀ ਤਾਕਤ ਹੈ, ਪਰ ਉਦੋਂ ਮੇਰੀ ਕਲਮ ਰੁਕ ਜਾਂਦੀ ਹੈ। ਸੱਚੇ ਪਾਤਸ਼ਾਹ ਮੈਂ ਤੇਰੀ ਉਸਤਤ ਕਿਵੇਂ ਲਿਖਾਂ? ਉਹ ਆਪਣੀ ਪੁਸਤਕ ਵਿੱਚ ਲਿਖਦਾ, ਕਹਿੰਦੇ ਕਰਤਾਰ ਕੀ ਸੁਗੰਧ ਹੈ, ਨਾਨਕ ਕੀ ਕਸਮ ਹੈ, ਕਿਤਨੀ ਪੀ ਹੋ ਗੋਬਿੰਦ ਕੀ ਤਾਰੀਫ ਬਹੁ ਕਮ ਹੈ। ਕਹਿੰਦਾ ਮੈਂ ਉਸ ਕਰਤਾਰ ਦੀ, ਉਸ ਖੁਦਾ ਦੀ ਕਸਮ ਖਾ ਕੇ ਇਹ ਗੱਲ ਕਹਿ ਰਿਹਾ ਸੰਗਤ ਜੀ, ਮੈਂ ਕਿੰਨੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਲਿਖਾਂ, ਤਾਰੀਫ ਲਿਖਾਂ, ਉਹ ਕਦੇ ਪੂਰੀ ਨਹੀਂ ਹੋ ਸਕਦੀ। ਮਤਲਬ ਉਹ ਬਹੁਤ ਅਧੂਰੀ ਆ ਹਜੇ। ਜੇ ਮੈਂ ਕਹਿ ਦੇਵਾਂ ਮੈਂ ਇੰਨੀ ਪੁਸਤਕ ਲਿਖ ਦਿੱਤੀ ਹੈ, ਵੱਡਾ ਇਤਿਹਾਸ ਲਿਖ ਦਿੱਤਾ, ਪਰ ਫਿਰ ਵੀ ਮੈਂ ਗੁਰੂ ਗੋਬਿੰਦ ਸਿੰਘ ਦੇ ਇੱਕ ਤਿਲ ਮਾਤਰ ਵੀ ਵਡਿਆਈ ਨਹੀਂ ਕਰ ਸਕਦਾ। ਹਰ ਚੰਦ ਮੇਰੇ ਹੱਥ ਮੈਂ ਪਰਜੋਰ ਕਲਮ ਹੈ। ਕਹਿੰਦੇ ਮੇਰੇ ਹੱਥ ਵਿੱਚ ਭਾਵੇਂ ਕਲਮ ਜਿਹੜੀ ਹੈ ਬੜੀ ਤਾਕਤਵਰ ਹੈ, ਮੈਂ ਉਹਦੇ ਨਾਲ ਬਹੁਤ ਕੁਝ ਲਿਖ ਸਕਦਾ, ਪਰ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਲਿਖਦਾ ਤੇ ਮੇਰੀ ਕਲਮ ਰੁਕ ਜਾਂਦੀ ਹੈ। ਉਹਦੇ ਪਰਉਪਕਾਰ, ਉਹਦੇ ਜਿਹੜੇ ਕੀਤੇ ਹੋਏ ਗੁਣ ਨੇ ਉਹ ਮੇਰੇ ਤੋਂ ਲਿਖੇ ਨਹੀਂ ਜਾਂਦੇ। ਏਡੇ ਵੱਡੇ ਉਹ ਗੁਣਾਂ ਦਾ ਭੰਡਾਰ ਹੈ, ਏਡੇ ਉਹਦੇ ਪਰਉਪਕਾਰ ਨੇ ਕਿ ਮੇਰੀ ਕਲਮ ਲਿਖਣ ਤੋਂ ਅਸਰਮਤ ਹੋ ਜਾਂਦੀ ਹੈ, ਮੇਰੇ ਤੋਂ ਲਿਖੇ ਨਹੀਂ ਜਾਂਦੇ ਉਹ। ਇਸ ਤਰ੍ਹਾਂ ਸਾਧ ਸੰਗਤ ਜੀ ਉੱਥੇ ਸਾਰੇ ਜੱਥੇ ਜਾਂਦੇ ਨੇ। ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰਦਾ ਹੈ। ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਭਾਈ ਮੁਕਮ ਸਿੰਘ, ਸਾਹਿਬ ਸਿੰਘ, ਇਹ ਸਾਧ ਸੰਗਤ ਜਿਹੜੇ ਤਿੰਨ ਪਿਆਰੇ ਨੇ ਇਹ ਵੀ ਸਾਰੇ ਉੱਥੇ ਸ਼ਹੀਦੀਆਂ ਪ੍ਰਾਪਤ ਕਰਦੇ ਹੈ। ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸ਼ਹੀਦੀ ਪ੍ਰਾਪਤ ਕਰਦਾ ਹੈ ਤੇ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਪਿਤਾ ਗੁਰੂ ਜੀ ਦੇ ਕੋਲ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਆ ਕੇ ਖੜਾ ਹੋ ਜਾਂਦਾ ਹੈ। ਆ ਕੇ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਮੇਰਾ ਵੱਡਾ ਭਰਾ ਜੰਗ ਦੇ ਵਿੱਚ ਸ਼ਹੀਦ ਹੋ ਗਿਆ ਹੈ, ਸ਼ਹੀਦੀ ਪ੍ਰਾਪਤ ਕਰ ਲਈ ਹੈ, ਕਿਰਪਾ ਕਰੋ ਹੁਣ ਮੈਨੂੰ ਆਗਿਆ ਬਖਸ਼ਿਸ਼ ਕਰੋ। ਮੇਰਾ ਵੀ ਮਨ ਚਾਹੁੰਦਾ ਹੈ ਮੈਂ ਵੀ ਜਾ ਕੇ ਜੰਗ ਦੇ ਵਿੱਚ ਸ਼ਹੀਦੀ ਪਾਵਾਂ, ਮੈਂ ਵੀ ਆਪਣੇ ਭਰਾ ਤੋਂ ਬਿਨਾਂ ਰਹਿ ਨਹੀਂ ਸਕਦਾ। ਮੁਝੇ ਖਾਣਾ ਨਹੀਂ ਪਾਤਾ, ਸੋਣਾ ਨਹੀਂ ਪਾਤਾ, ਉਹਦੇ ਤੋਂ ਬਿਨਾਂ ਮੈਨੂੰ ਖਾਣਾ ਵੀ ਚੰਗਾ ਨਹੀਂ ਲੱਗਦਾ, ਉਹਦੇ ਤੋਂ ਬਿਨਾਂ ਮੈਨੂੰ ਰਾਤ ਨੂੰ ਸੌਣਾ ਵੀ ਚੰਗਾ ਨਹੀਂ ਲੱਗਦਾ। ਮੈਂ ਆਪਣੇ ਭਰਾ ਦੇ ਨਾਲ ਇਕੱਠੇ ਸੌਂਦੇ ਸੀ ਰਾਤ ਨੂੰ, ਪਰ ਅੱਜ ਦੀ ਰਾਤ ਉਹਦੇ ਤੋਂ ਬਿਨਾਂ ਮੈਂ ਸੌਂ ਵੀ ਨਹੀਂ ਸਕਦਾ। ਮੈਨੂੰ ਕੁਝ ਖਾਣਾ ਵੀ ਚੰਗਾ ਨਹੀਂ ਲੱਗੇਗਾ, ਮੈਨੂੰ ਕੁਝ ਪੀਣਾ ਵੀ ਚੰਗਾ ਨਹੀਂ ਲੱਗੇਗਾ, ਕੁਝ ਪਹਿਨਣਾ ਵੀ ਚੰਗਾ ਨਹੀਂ ਲੱਗੇਗਾ। ਇਸ ਕਰਕੇ ਸਤਿਗੁਰੂ ਕਿਰਪਾ ਕਰੋ, ਮੈਨੂੰ ਜੰਗ ਦੇ ਵਿੱਚ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਮੇਰਾ ਵੱਡਾ ਭਰਾ ਅਜੀਤ ਸਿੰਘ ਮੈਨੂੰ ਆਵਾਜ਼ਾਂ ਮਾਰ ਰਿਹਾ। ਮਹਾਰਾਜ ਫਿਰ ਲਾੜਨਾ ਕਹਿੰਦੇ ਆਵੇ ਪੁੱਤਰ ਜੁਝਾਰ। ਅਜੀਤ ਸਿੰਘ ਨੇ, ਬਾਬਾ ਅਜੀਤ ਸਿੰਘ ਵੱਡੇ ਸਾਹਿਬਜ਼ਾਦੇ, ਉਹਨੇ ਪਹਿਲਾਂ ਵੀ 2 ਜੰਗਾਂ ਲੜੀਆਂ ਨੇ, ਬੱਸੀ ਪਠਾਣਾ ਦੇ, ਇੱਕ ਪਠਾਣਾ ਦੇ ਨਾਲ, ਉਦੋਂ 1-2 ਜੰਗਾਂ ਲੜ ਚੁੱਕੇ ਆ। ਮਹਾਰਾਜ ਕਹਿੰਦੇ ਅਜੀਤ ਸਿੰਘ ਜੰਗ ਦੇ ਜਿਹੜੇ ਜੌਹਰ ਹੁੰਦੇ ਆ, ਜੰਗ ਦੇ ਢੰਗ ਤਰੀਕੇ ਹੁੰਦੇ ਆ, ਉਹ ਜਾਣਦਾ ਸੀ, ਤੂੰ ਤੇ ਜਾਣਦਾ ਵੀ ਕੁਝ ਨਹੀਂ ਹਜੇ। ਇਸ ਕਰਕੇ ਉਹਨੂੰ ਤੇ ਲੜਨਾ ਆਉਂਦਾ ਸੀ, ਤੈਨੂੰ ਤੇ ਲੜਨਾ ਵੀ ਨਹੀਂ ਆਉਂਦਾ, ਤੂੰ ਜਾ ਕੇ ਜੰਗ ਵਿੱਚ ਕੀ ਕਰੇਗਾ? ਕਹਿੰਦੇ ਸਾਹਿਬਜ਼ਾਦਾ ਅੱਗਿਓਂ ਜਵਾਬ ਦਿੰਦਾ ਬਾਬਾ ਜੁਝਾਰ ਸਿੰਘ, ਮੁਝੇ ਲੜਨਾ ਨਹੀਂ ਆਤਾ, ਮੁਝੇ ਮਰਨਾ ਤੋਂ ਆਤਾ ਹੈ। ਵੀ ਪਿਤਾ ਜੀ ਕੀ ਹੋਇਆ? ਮੈਂ ਜੰਗ ਦੇ ਜੌਹਰ ਤਰੀਕੇ ਨਹੀਂ ਜਾਣਦਾ, ਮੈਨੂੰ ਅਜੇ ਵੈਰੀ ਨਾਲ ਲੜਨਾ ਨਹੀਂ ਆਉਂਦਾ, ਜੇ ਲੜਨਾ ਨਹੀਂ ਆਉਂਦਾ ਮੈਨੂੰ ਮਰਨਾ ਤੇ ਆਉਂਦਾ ਹੈ। ਮੈਂ ਆਪਣੇ ਭਰਾ ਵਾਂਗ ਜਾ ਕੇ ਸ਼ਹੀਦ ਹੋਵਾਂਗਾ, ਆਪਣੇ ਭਰਾ ਦੇ ਵਾਂਗ ਜਾ ਕੇ ਮੈਂ ਵੀ ਵੈਰੀਆਂ ਦੇ ਨਾਲ ਲੜਾਂਗਾ, ਤੇ ਮੈਂ ਵੀ ਜਿੱਥੇ ਮੇਰਾ ਭਰਾ ਗਿਆ ਹੈ ਉਹਦੇ ਨਾਲ ਮੈਂ ਵੀ ਜਾਵਾਂਗਾ। ਕਹਿੰਦੇ ਜਦੋਂ ਇਹ ਬੋਲ ਆਪਣੇ ਸਾਹਿਬਜ਼ਾਦੇ ਕੋਲੋਂ ਸੁਣਦੇ ਨੇ ਤੇ ਮਹਾਰਾਜ ਵੀ ਖੁਸ਼ ਹੋ ਜਾਂਦੇ ਆ। ਕਹਿੰਦੇ ਪੁੱਤਰ ਇਹੋ ਹੀ ਮੈਨੂੰ ਤੇਰੇ ਤੋਂ ਆਸ ਸੀ, ਮੈਂ ਚਾਹੁੰਦਾ ਸੀ ਤੇਰੇ ਮੂੰਹ ਤੋਂ ਮੈਂ ਗੱਲਾਂ ਕਢਾਵਾਂ, ਤੇਰੇ ਤੋਂ ਸੁਣਾ
ਕਿਤੇ ਤੂੰ ਮੇਰੇ ਕਹਿਣ ਤੇ ਤਾਂ ਨਹੀਂ ਜਾ ਰਿਹਾ। ਹੁਣ ਤੂੰ ਆਪਣੇ ਆਪ ਕਿਹਾ ਵੀ ਪਿਤਾ ਜੀ ਮੈਨੂੰ ਜੰਗ ਵਿੱਚ ਭੇਜੋ। ਕਹਿੰਦੇ ਮੈਂ ਵੀ ਫਖਰ ਦੇ ਨਾਲ ਹੁਣ ਮੇਰੀ ਛਾਤੀ ਚੌੜੀ ਹੋ ਗਈ ਹੈ, ਮੈਨੂੰ ਵੀ ਤੇਰੇ ਤੇ ਫਖਰ ਹੋਇਆ ਕਿ ਇਹ ਪੁੱਤਰ ਤੂੰ ਆਪਣੇ ਆਪ ਜੰਗ ਵਿੱਚ ਜਾਣ ਵਾਸਤੇ ਮੇਰੇ ਕੋਲੋਂ ਆਗਿਆ ਮੰਗੀ ਹੈ। ਤੇ ਕੀ ਸਤਿਗੁਰੂ ਜੀ ਕਹਿੰਦੇ ਨੇ, ਬੇਟਾ ਤੁਮ ਹੋ ਪੰਥ ਕੇ ਬੇੜੇ ਕੇ ਖਵਈਆ। ਬੇੜਾ ਹੁੰਦਾ ਜਹਾਜ਼ ਜਾਂ ਕਸ਼ਤੀ ਕਹਿ ਦਈਏ, ਖਵਈਆ ਹੁੰਦਾ ਮਲਾਹ ਜਿਹੜਾ ਕਿਸ਼ਤੀਆਂ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੈ ਕੇ ਜਾਂਦਾ। ਮਹਾਰਾਜ ਕਹਿੰਦੇ ਬੇਟਾ ਹੁਣ ਤੁਸੀਂ ਇਸ ਬੇੜੇ ਦੇ ਮਲਾਹ ਹੋ ਤੇ ਤੁਹਾਨੂੰ ਹੁਣ ਜਾਣਾ ਪਵੇਗਾ। ਕੀ ਕਰਨਾ? ਸਰ ਭੇਟ ਕਰੋ ਤਾਂ ਕਿ ਚੱਲੇ ਧਰਮ ਕੀ ਨਇਆ। ਹੁਣ ਤੁਹਾਨੂੰ ਵੀ ਆਪਣਾ ਸਿਰ ਭੇਟ ਕਰਨਾ ਪਵੇਗਾ ਤਾਂ ਕਿ ਜਿਹੜੀ ਧਰਮ ਦੀ ਕਿਸ਼ਤੀ ਹੈ ਉਹ ਤੁਰ ਪਵੇ ਅੱਗੇ ਨੂੰ। ਕਿਉਂਕਿ ਸਾਧ ਸੰਗਤ ਜੀ ਜਦੋਂ ਕਦੋਂ ਵੀ ਕਿਤੇ ਧਰਮ ਦੀ ਕਿਸ਼ਤੀ ਜਿਹੜੀ ਡੁੱਬਣ ਲੱਗੀ ਹੈ ਨਾ, ਤੇ ਸਤਿਗੁਰੂ ਜੀ ਨੇ ਉਹਨੂੰ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇਣਾ ਪਿਆ। ਮਹਾਰਾਜ ਕਹਿੰਦੇ ਪਹਿਲਾਂ ਵੀ ਧਰਮ ਦੀ ਨਈਆ, ਧਰਮ ਦੀ ਬੇੜੀ ਡੋਲਣ ਲੱਗੀ ਸੀ। ਕਦੋਂ? ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਨ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਨੇ, ਪੁੱਤਰ ਮੈਂ 8 ਸਾਲ ਦੀ ਉਮਰ ਵਿੱਚ ਗੋਬਿੰਦ ਰਾਏ ਦੇ ਨਾਮ ਸੀ। ਬ੍ਰਾਹਮਣ ਜਾਤੀ ਦੇ ਲੋਕ ਪੰਡਤ ਕਸ਼ਮੀਰੀ ਇਕੱਠੇ ਹੋ ਕੇ ਆਏ ਸਨ। ਆ ਕੇ ਮੇਰੇ ਪਿਤਾ ਗੁਰੂ ਤੇਗ ਬਹਾਦਰ ਨੂੰ ਬੇਨਤੀ ਕੀਤੀ ਸੀ ਵੀ ਸਤਿਗੁਰੂ ਜੀ ਸਾਡਾ ਜਿਹੜਾ ਧਰਮ ਹੈ ਬਹੁਤ ਖਤਰੇ ਦੇ ਵਿੱਚ ਹੈ, ਧਰਮ ਦੀ ਨਈਆ ਡੁੱਬ ਰਹੀ ਹੈ, ਡੋਲ ਰਹੀ ਹੈ, ਕਿਰਪਾ ਕਰੋ ਇਹਨੂੰ ਡੁੱਬਣ ਤੋਂ ਬਚਾ ਲਵੋ। ਕਹਿੰਦੇ ਉਦੋਂ ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਇਹ ਬਚਨ ਕੀਤੇ ਸਨ ਕਿ ਤੁਹਾਡੇ ਧਰਮ ਦੀ ਨਈਆ ਬੇੜੀ ਡੁੱਬਣ ਤੋਂ ਤੇ ਬਚ ਜਾਵੇਗੀ, ਪਰ ਕਿਸੇ ਮਹਾਨ ਪੁਰਖ ਨੂੰ, ਮਹਾਨ ਮਹਾਂਪੁਰਖ ਨੂੰ ਆਪਣੇ ਸੀਸ ਦਾ ਬਲੀਦਾਨ ਦੇਣਾ ਪਵੇਗਾ, ਸਿਰ ਦੇਣਾ ਪਵੇਗਾ। ਆਪਣਾ ਸਿਰ ਦੇ ਕੇ ਤੁਹਾਡੀ ਡੁੱਬਦੀ ਹੋਈ ਨਈਆ, ਤੁਹਾਡੀ ਡੁੱਬਦੀ ਹੋਈ ਕਿਸ਼ਤੀ ਧਰਮ ਦੀ ਉਹ ਬਚ ਸਕਦੀ ਹੈ। ਮਹਾਰਾਜ ਕਹਿੰਦੇ ਉਦੋਂ ਮੈਂ 8 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕਿਹਾ ਸੀ, ਪਿਤਾ ਜੀ ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ? ਤੁਹਾਡੇ ਤੋਂ ਵੱਡਾ ਸਾਧੂ ਮਹਾਤਮਾ ਰੱਬ ਦਾ ਪਿਆਰਾ ਕੌਣ ਹੋ ਸਕਦਾ? ਕਿਰਪਾ ਕਰੋ ਇਹ ਕਾਰਜ ਤੁਸੀਂ ਆਪ ਹੀ ਕਰੋ। ਮਹਾਰਾਜ ਕਹਿੰਦੇ ਮੈਂ 8 ਸਾਲ ਦੀ ਉਮਰ ਤੋਂ ਆਪਣੇ ਪਰਿਵਾਰ ਦੇ ਸਿਰ ਦੇਣੇ ਜਿਹੜੇ ਨੇ ਉਹ ਮੈਂ ਦਿੰਦਾ ਆਇਆ ਹਾਂ। 8 ਸਾਲ ਦੀ ਉਮਰ ਵਿੱਚ ਮੈਂ ਪਹਿਲਾ ਸੀਸ ਦਿੱਲੀ ਦੇ ਵਿੱਚ ਆਪਣੇ ਪਿਤਾ ਜੀ ਦਾ ਭੇਜਿਆ ਸੀ। ਉਦੋਂ ਵੀ ਧਰਮ ਦੀ ਨਈਆ ਡੁੱਬ ਰਹੀ ਸੀ, ਧਰਮ ਦੀ ਬੇੜੀ ਡੁੱਬ ਰਹੀ ਸੀ। ਉਸ ਡੁੱਬਦੀ ਹੋਈ ਬੇੜੀ ਨੂੰ ਮੇਰੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਡੁੱਬਣ ਤੋਂ ਬਚਾਇਆ। ਤੇ ਇਸ ਕਰਕੇ ਬੱਚਾ ਹੁਣ ਤੁਹਾਨੂੰ ਵੀ ਆਪਣੇ, ਜਿਵੇਂ ਬਾਬਾ ਅਜੀਤ ਸਿੰਘ ਨੇ ਆਪਣਾ ਸਰੀਰ ਦਿੱਤਾ ਹੈ, ਇਸ ਤਰ੍ਹਾਂ ਹੈ ਜੁਝਾਰ ਸਿੰਘ, ਤੈਨੂੰ ਵੀ ਸਰ ਭੇਟ ਕਰੋ ਤਾਂ ਕਿ ਚੱਲੇ ਧਰਮ ਕੀ ਨਈਆ। ਤੁਹਾਨੂੰ ਹੁਣ ਆਪਣਾ ਸਰੀਰ ਬਲੀਦਾਨ ਦੇਣਾ ਪਵੇਗਾ ਤਾਂ ਕਿ ਧਰਮ ਦੀ ਨਈਆ ਡੁੱਬਣ ਤੋਂ ਬਚ ਜਾਵੇ। ਲੈ ਦੇ ਕੇ ਤੁਮ ਹੀ ਥੇ ਮੇਰੇ ਗੁਲਸ਼ਨ ਕੇ ਬਕਈਆ। ਗੁਲਸ਼ਨ ਕਹਿੰਦੇ ਆ ਬਾਗ, ਬਕਈਆ ਉਹਦੇ ਵਿੱਚ ਲੱਗੇ ਹੋਏ ਫੁੱਲ। ਮਹਾਰਾਜ ਕਹਿੰਦੇ ਮੇਰੇ ਜਿਹੜਾ ਨਾ ਬਾਗ ਸੀ, ਇੱਕ ਪਰਿਵਾਰ ਸੀ। ਕਹਿੰਦੇ ਜਦੋਂ ਮੈਂ ਅਨੰਦਪੁਰ ਸਾਹਿਬ ਸੀ ਮੇਰੇ ਕੋਲੇ ਬਹੁਤ ਵੱਡਾ ਮੇਰਾ ਬਾਗ ਸੀ। ਮੇਰੇ ਬਾਗ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਫੁੱਲ ਲੱਗੇ ਹੋਏ ਸੀ। 4 ਸਾਹਿਬਜ਼ਾਦੇ ਉਹ ਮੇਰੇ ਫੁੱਲ ਖਿੜੇ ਹੋਏ ਸਨ। ਮੇਰੀ ਮਾਤਾ ਮੇਰੇ ਨਾਲ ਸੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਤੇ ਅਨੇਕਾਂ ਭਾਈ ਮਣੀ ਸਿੰਘ ਵਰਗੇ ਸਿੰਘ, ਭਾਈ ਬਚਿੱਤਰ ਸਿੰਘ ਵਰਗੇ, ਜਿਨ੍ਹਾਂ ਨੇ ਹਾਥੀਆਂ ਨੂੰ ਮੋੜ ਦਿੱਤਾ ਆਪਣੇ ਜ਼ੋਰ ਦੇ ਨਾਲ। ਮੇਰੇ ਉਸ ਗੁਲਸ਼ਨ ਦੇ ਵਿੱਚ ਅਨੇਕਾਂ ਫੁੱਲ ਖਿੜੇ ਹੋਏ ਸਨ। ਮੇਰਾ ਬਹੁਤ ਹਰਿਆ ਭਰਿਆ ਬਾਗ ਸੀ। ਮਹਾਰਾਜ ਕਹਿੰਦੇ ਨੇ ਲੈ ਦੇ ਕੇ ਤੁਮ ਹੀ ਹੋ, ਵੀ ਹੁਣ ਸਾਰਾ ਕੁਝ ਲੈ ਦੇ ਕੇ ਅਖੀਰ ਮੇਰੇ ਕੋਲੇ ਹੁਣ ਇੱਕ ਤੂੰ ਹੀ ਬਚਿਆ। ਅਜੀਤ ਸਿੰਘ ਵੀ ਸ਼ਹੀਦ ਹੋ ਗਿਆ ਹੈ, ਦੂਸਰਿਆਂ ਦਾ ਪਤਾ ਕੋਈ ਨਹੀਂ ਕਿਹੜੇ ਪਾਸੇ ਚਲੇ ਗਏ ਨੇ। ਇਸ ਕਰਕੇ ਲੈ ਦੇ ਕੇ ਐ ਮੇਰੇ ਪੁੱਤਰ ਜੁਝਾਰ ਇੱਕ ਤੂੰ ਹੀ ਹੁਣ ਬਚਿਆ ਹੈ ਮੇਰੇ ਧਰਮ ਦੇ ਵਿੱਚ। ਲੈ ਜਾਓ ਰਾਹ ਤੱਕਤੇ ਹੈ ਸਭ ਕੁਲਦ ਮੈਂ ਭਈਆ, ਵੀ ਪੁੱਤਰ ਹੁਣ ਤੂੰ ਵੀ ਜਾ, ਤੇਰਾ ਵੱਡਾ ਭਰਾ ਤੇਰਾ ਰਾਹ ਤੱਕਦਾ, ਤੇਰਾ ਭਰਾ ਅਜੀਤ ਸਿੰਘ ਤੇਰੀਆਂ ਰਾਹਾਂ ਵੇਖ ਰਿਹਾ ਹੈ ਕਿ ਮੇਰਾ ਭਰਾ ਛੋਟਾ ਜੁਝਾਰ ਸਿੰਘ ਵੀ ਆਵੇਗਾ। ਐ ਪੁੱਤਰ ਲੈ ਦੇ ਕੇ ਇੱਕ ਤੂੰ ਮੇਰੇ ਕੋਲ ਬਚਿਆ ਸੀ, ਹੁਣ ਤੂੰ ਵੀ ਜਾ, ਕਿਉਂਕਿ ਤੇਰਾ ਭਰਾ ਤੈਨੂੰ ਉਡੀਕ ਰਿਹਾ, ਆਵਾਜ਼ਾਂ ਮਾਰ ਰਿਹਾ ਹੈ। ਖਾਸ ਹੈ तुम्हें तेग चलाते हुए देखूं, हम आंख से बरसी तुम्हें खाते हुए देखूं। ਮਹਾਰਾਜ ਕਹਿੰਦੇ ਮੇਰੇ ਵੀ ਦਿਲ ਦੀ ਇੱਕ ਖਾਸ ਸੀ,
ਇੱਕ ਮੇਰੀ ਇੱਛਾ ਸੀ ਮੈਂ ਆਪਣੇ ਬੱਚਿਆਂ ਨੂੰ ਤੇਗ ਚਲਾਤੇ ਹੋਏ ਵੇਖੂੰ, ਮੈਂ ਕਿਰਪਾਨਾਂ ਚਲਾਉਂਦਿਆਂ ਨੂੰ ਵੇਖਾਂ। ਔਰ ਆਪਣੀ ਆँख ਸੇ ਮੈਂ ਬਰਸੀ ਖਾਤੇ ਹੋਏ ਵੇਖੂੰ। ਬਰਸੀ ਜਦੋਂ ਤੇਰੇ ਪੇਟ ਵਿੱਚ ਵੱਡੇਗੀ, ਤੇਰੇ ਸਰੀਰ ਵਿੱਚ ਵੱਜੇਗੀ, ਮੈਂ ਉਹ ਵੱਜਦੀਆਂ ਹੋਈਆਂ ਵੇਖਾਂ। ਕੈਸਾ ਪਿਤਾ ਹੈ ਸਾਧ ਸੰਗਤ ਜੀ। ਕੀ ਅਸੀਸਾਂ ਆਪਣੇ ਪੁੱਤਰ ਨੂੰ ਦੇ ਰਹੇ ਨੇ ਆ, ਪੁੱਤਰ ਮੈਂ ਗੜੀ ਤੇ ਚੜ੍ਹ ਕੇ ਵੇਖਾਂਗਾ ਤੈਨੂੰ ਤੇਗ ਚਲਾਉਂਦੇ ਹੋਏ ਨੂੰ, ਤੈਨੂੰ ਕਟਾਰ ਚਲਾਉਂਦੇ ਹੋਏ ਨੂੰ ਵੇਖਾਂਗਾ। ਤੇਰੇ ਸਰੀਰ ਦੇ ਉੱਪਰ ਤੀਰ ਵੱਜਣਗੇ, ਨੇਜੇ ਕਿਰਪਾਨਾਂ ਵੱਜਣਗੀਆਂ, ਮੈਂ ਅੱਖਾਂ ਦੇ ਨਾਲ ਵੇਖਣੀਆਂ ਚਾਹੁੰਦਾ। ਔਰ ਨਾਲ ਘੋੜੇ ਉੱਪਰ ਜਦੋਂ ਚੜਾ ਦਿੰਦੇ ਆ ਜੁਝਾਰ ਸਿੰਘ ਨੂੰ, ਆਪ ਸਾਧ ਸੰਗਤ ਜੀ ਤਿਆਰ ਕਰਦੇ ਆ, ਦਸਤਾਰ ਸਜਾਉਂਦੇ ਆ ਆਪਣੇ ਪੁੱਤਰ ਦੀ। ਔਰ ਆਪ ਦੇ ਕਮਰ ਕਸੇ ਦੇ ਵਿੱਚੋਂ ਕਟਾਰ ਕੱਢ ਕੇ ਦਿੰਦੇ ਆ। ਨਿੱਕੀ ਤਲਵਾਰ ਹੈ, ਇੱਕ ਨਿੱਕੇ ਤੀਰਾਂ ਦਾ ਪੱਥਾ, 13 ਤੋਂ 14 ਸਾਲ ਦੀ ਉਮਰ ਹੈ। ਕਹਿੰਦੇ ਆਪਣੇ ਕਮਰ ਕਸੇ ਦਾ ਸ਼ਾਸਤਰ ਸਾਰੇ ਦੇ ਕੇ ਘੋੜੇ ਦੇ ਉੱਪਰ ਚੁੱਕ ਕੇ ਬਿਠਾਉਂਦੇ ਨੇ। ਜਦੋਂ ਤੋਰਨ ਲੱਗੇ ਦੇ ਨੇ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਵੀ ਐ ਮੇਰੇ ਪੁੱਤਰ ਜੁਝਾਰ, ਤੂੰ ਜੰਗ ਦੇ ਵਿੱਚ ਜਾ ਰਿਹਾ। ਜਦੋਂ ਜੰਗ ਵਿੱਚ ਜਾਵੇਂਗਾ ਉੱਥੇ ਤੇਰੇ ਤੀਰ ਵੀ ਵੱਜਣਗੇ, ਉੱਥੇ ਤੇਰੇ ਤਲਵਾਰਾਂ ਵੀ ਵੱਜਣਗੀਆਂ, ਨੇਜੇ ਵੀ ਵੱਜਣਗੇ। ਜਦੋਂ ਤੇਰੇ ਪੇਟ ਵਿੱਚ ਕੋਈ ਤੀਰ ਜਾਂ ਤਲਵਾਰ ਵੱਜੇ, ਐ ਮੇਰੇ ਲਾਲ ਮੁਖ ਦੇ ਵਿੱਚ ਉਫ ਨਹੀਂ ਕਹਿਣਾ, ਸੀ ਨਹੀਂ ਕਹਿਣਾ। ਭਾਵ ਉੱਥੇ ਸ਼ਹੀਦ ਹੋ ਜਾਵੀਂ, ਪਰ ਤੇਰੇ ਜਦੋਂ ਸਰੀਰ ਉੱਪਰ ਫੱਟ ਲੱਗੇਗਾ, ਸਰੀਰ ਦੇ ਉੱਪਰ ਕੋਈ ਸੱਟ ਲੱਗੇਗੀ, ਤਲਵਾਰ ਨਾਲ ਤੇਰਾ ਕੋਈ ਅੰਗ ਵੀ ਕੱਟਿਆ ਜਾਵੇਗਾ, ਤੇ ਤੈਂ ਮੁਖ ਦੇ ਵਿੱਚੋਂ ਹਾਏ ਨਹੀਂ ਕਹਿਣਾ, ਸੀ ਨਹੀਂ ਕਹਿਣਾ, ਉਫ ਨਹੀਂ ਕਹਿਣਾ। ਕਹਿੰਦੇ ਇਸੇ ਤਰ੍ਹਾਂ ਸਾਹਿਬਜ਼ਾਦੇ ਨੂੰ ਸਤਿਗੁਰੂ ਜੀ ਆਪ ਉੱਥੋਂ ਭੇਜਦੇ ਆ, ਤੇ ਫਿਰ ਗੜੀ ਦੇ ਉੱਪਰ ਚੜ੍ਹ ਕੇ ਵੇਖਦੇ ਆ ਕਿ ਸਾਹਿਬਜ਼ਾਦਾ ਬੜੇ ਜੋਸ਼ ਦੇ ਨਾਲ ਜਾ ਕੇ ਲੜਦਾ ਹੈ। ਕਈਆਂ ਨੂੰ ਸਾਧ ਸੰਗਤ ਜੀ ਮੌਤ ਦੇ ਘਾਟ ਉਤਾਰ ਕੇ ਅਖੀਰ ਆਪ ਵੀ ਸ਼ਹੀਦੀ ਪਾ ਜਾਂਦਾ। ਉਸੇ ਜਗ੍ਹਾ ਦੇ ਉੱਪਰ ਜਿੱਥੇ ਬਾਬਾ ਅਜੀਤ ਸਿੰਘ ਪਿਆ ਹੈ, ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋਇਆ, ਉਸੇ ਜਗ੍ਹਾ ਦੇ ਉੱਪਰ ਬਾਬਾ ਜੁਝਾਰ ਸਿੰਘ ਜੀ ਉਹ ਵੀ ਜਾ ਕੇ ਉਹ ਜਗ੍ਹਾ ਦੇ ਉੱਪਰ ਡਿੱਗਦਾ ਹੈ। ਤੇ ਜਦੋਂ ਆਖਰੀ ਸਵਾਸ ਨਿਕਲਦੇ ਨੇ, ਆਪਣੇ ਭਰਾ ਦਾ ਮੁਖ ਤੱਕਦਾ ਹੈ, ਬੋਲਦਾ ਹੈ, ਭਰਾ ਵੇਖ ਮੈਂ ਵੀ ਤੇਰੇ ਨਾਲ ਆ ਗਿਆ। ਐ ਮੇਰੇ ਵੱਡੇ ਵੀਰ ਵੇਖ, ਆਪਾਂ ਕਦੇ ਕੱਲਿਆਂ ਨੇ ਵਿਛੜ ਕੇ ਰਾਤ ਨਹੀਂ ਸੀ ਗੁਜ਼ਾਰੀ, ਅੱਜ ਵੀ ਮੈਂ ਤੇਰੇ ਤੋਂ ਵੱਖ ਨਹੀਂ ਹੋਵਾਂਗਾ। ਅੱਜ ਵੀ ਤੂੰ ਚੱਲਿਆ ਸੀ ਦਾਦਾ ਜੀ ਦੇ ਕੋਲ, ਗੁਰੂ ਤੇਗ ਬਹਾਦਰ ਦੇ ਕੋਲ, ਵੇਖ ਮੈਂ ਵੀ ਤੇਰੇ ਨਾਲ ਆ ਗਿਆ ਹਾਂ। ਅੱਜ ਦੀ ਰਾਤ ਵੀ ਆਪਾਂ ਇਕੱਠੇ ਗੁਜ਼ਾਰਾਂਗੇ। ਆਪਾਂ ਜ਼ਿੰਦਗੀ ਦੇ ਵਿੱਚ ਕਦੇ ਵਿਛੜ ਕੇ ਨਹੀਂ ਰਹੇ, ਇਕੱਠੇ ਪੈਂਦੇ ਰਹੇ ਆ, ਤੇ ਅੱਜ ਵੀ ਆਪਾਂ ਦੋਨੇ ਵੇਖ ਮੈਦਾਨੀ ਜੰਗ ਵਿੱਚ ਇਕੱਠੇ ਪਏ ਆ। ਇਸ ਤਰ੍ਹਾਂ ਬਾਬਾ ਜੁਝਾਰ ਸਿੰਘ ਉਹ ਵੀ ਸਿੱਧੀ ਪ੍ਰਾਪਤ ਕਰ ਜਾਂਦਾ, ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਫਿਰ ਉੱਪਰੋਂ ਖੜੇ ਜੈਕਾਰਾ ਛੱਡਦੇ ਨੇ। ਉੱਪਰੋਂ ਖੜੇ ਸਾਧ ਸੰਗਤ ਜੀ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਕਿ ਐ ਵਾਹਿਗੁਰੂ ਜੀ, ਅੱਜ ਮੈਂ ਦੂਜੀ ਕਿਸ਼ਤ ਵੀ ਤੇਰੀ ਵਾਪਸ ਕਰ ਦਿੱਤੀ ਹੈ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਜੀ ਫਿਰ ਥੱਲੇ ਆ ਜਾਂਦੇ ਆ। ਸ਼ਾਮ ਹੋ ਜਾਂਦੀ ਹੈ, ਜੰਗ ਦਾ ਸਮਾਂ ਜਿਹੜਾ ਰਾਤ ਨੂੰ ਖਤਮ ਹੋ ਜਾਂਦਾ। ਫਿਰ ਸਤਿਗੁਰੂ ਜੀ ਬੰਦਗੀ ਵਿੱਚ ਜੁੜ ਜਾਂਦੇ ਨੇ। ਪਹਿਲੀ ਰਾਤ ਵੀ ਉੱਥੇ ਗੁਜ਼ਾਰੀ ਹੈ, ਦੂਸਰੀ ਰਾਤ ਹੁਣ ਸ਼ੁਰੂ ਹੋ ਗਈ ਹੈ। ਮਹਾਰਾਜ ਉੱਥੇ ਆਪਣਾ ਖੇਮਾ ਕਹਿੰਦੇ ਆ, ਜਿਹਨੂੰ ਤੰਬੂ ਕਹਿੰਦੇ ਆ, ਸਿੰਘਾਂ ਨੇ ਆਪਣੀਆਂ ਪੱਗਾਂ ਦੇ ਨਾਲ ਉਹ ਤਿਆਰ ਕੀਤਾ ਹੋਇਆ ਖੇਮਾ ਬਣਾਇਆ ਹੋਇਆ, ਜਿਹਦੇ ਵਿੱਚ ਸਤਿਗੁਰੂ ਜੀ ਜਾ ਕੇ ਬੈਠਦੇ ਆ। ਸਿੰਘ ਸਾਰੇ ਆਪਸ ਵਿੱਚ ਸਲਾਹ ਕਰਦੇ ਆ ਵੀ ਮਹਾਰਾਜ ਜੀ ਦੇ ਦੋਨੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹੈ। ਹੁਣ ਸਤਿਗੁਰੂ ਜੀ ਕਹਿੰਦੇ ਕੱਲ ਨੂੰ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਮੈਂ ਜੰਗ ਵਿੱਚ ਜਾਵਾਂਗਾ, ਵੀ ਕਿਉਂ ਨਾ ਆਪਾਂ ਸਤਿਗੁਰੂ ਨੂੰ ਬੇਨਤੀ ਕਰੀਏ ਵੀ ਮਹਾਰਾਜ ਆਪ ਇਸ ਜਗ੍ਹਾ ਤੋਂ ਚਲੇ ਜਾਓ, ਬਾਹਰ ਨਿਕਲ ਜਾਓ। ਇਉਂ ਸਲਾਹ ਕਰਕੇ ਦੋ ਪਿਆਰੇ ਭਾਈ ਦਇਆ ਸਿੰਘ, ਧਰਮ ਸਿੰਘ, ਭਾਈ ਸੰਗਤ ਸਿੰਘ, ਮਾਨ ਸਿੰਘ, ਜਿਹੜੇ ਸਿੰਘ ਉਦੋਂ ਬਚੇ ਨੇ, ਜਾ ਕੇ ਮਹਾਰਾਜ ਜੀ ਦੇ ਕੋਲ ਬੈਠ ਜਾਂਦੇ ਆ। ਜਾ ਕੇ ਬੇਨਤੀ ਕਰਦੇ ਆ, ਸਤਿਗੁਰੂ ਜੀ ਇੱਕ ਬੇਨਤੀ ਹੈ, ਆਪ ਜੀ ਪ੍ਰਵਾਨ ਕਰੋ। ਮਹਾਰਾਜ ਪੁੱਛਦੇ ਆ, ਭਾਈ ਕੀ ਬੇਨਤੀ ਹੈ? ਕਿਹਾ ਮਹਾਰਾਜ ਜੀ ਤੁਹਾਡੇ ਦੋਨੇ ਸਾਹਿਬਜ਼ਾਦੇ ਅੱਜ ਜੰਗ ਮੈਦਾਨ ਵਿੱਚ ਸ਼ਹੀਦ ਹੋ ਗਏ ਆ, ਅੱਖੀਂ ਤੁਸੀਂ ਵੇਖਿਆ ਉਹਨਾਂ ਨੂੰ ਸ਼ਹੀਦ ਹੁੰਦੇ ਆ। ਨਿੱਕੇ ਸਾਹਿਬਜ਼ਾਦੇ ਉਹਨਾਂ ਦਾ ਪਤਾ ਨਹੀਂ ਵੀ ਉਹ ਫੜੇ ਗਏ ਆ ਜਾਂ ਕਿੱਥੇ ਨੇ, ਮਾਤਾ ਜੀ ਦਾ ਕੁਝ ਨਹੀਂ ਪਤਾ, ਮਾਤਾਵਾਂ ਮਾਤਾ ਸੁੰਦਰ ਕੌਰ, ਸਾਹਿਬ ਕੌਰ, ਉਹਨਾਂ ਦਾ ਵੀ ਕੁਝ ਨਹੀਂ ਪਤਾ। ਤੇ ਸਾਡੀ ਇਹ ਬੇਨਤੀ ਹੈ ਵੀ ਤੁਸੀਂ ਇਸ ਕਿਲੇ ਦੇ ਵਿੱਚੋਂ, ਗੜ੍ਹੀ ਦੇ ਵਿੱਚੋਂ ਰਾਤ ਨੂੰ ਬਾਹਰ ਨਿਕਲ ਜਾਓ। ਸਤਿਗੁਰੂ ਜੀ ਕਹਿੰਦੇ ਆ ਵੀ ਭਾਈ ਦਇਆ ਸਿੰਘ ਜੀ ਨਹੀਂ, ਮੈਂ ਉਹ ਨਹੀਂ ਕਰਾਂਗਾ। ਕੱਲ ਨੂੰ ਲੋਕ ਕਹਿਣਗੇ
ਲੋਕਾਂ ਦੇ ਪੁੱਤਰਾਂ ਨੂੰ ਗੜੀ ਵਿੱਚ ਛੱਡ ਕੇ ਆਪ ਗੁਰੂ ਉੱਥੋਂ ਨਿਕਲ ਗਿਆ। ਮੈਂ ਨਹੀਂ ਨਿਕਲਾਂਗਾ, ਮੈਂ ਕੱਲ ਨੂੰ ਸ਼ਹੀਦੀ ਪਾਵਾਂਗਾ, ਸਾਰਿਆਂ ਨਾਲੋਂ ਪਹਿਲਾਂ ਮੈਂ ਜੰਗ ਵਿੱਚ ਜਾਵਾਂਗਾ। ਫੇਰ ਸਿੰਘ ਬੇਨਤੀ ਕਰਦੇ ਸੱਚੇ ਪਾਤਸ਼ਾਹ ਜੀ, ਸਾਡੀ ਇੱਕੋ ਬੇਨਤੀ ਹੈ ਵੀ ਜੇ ਤੁਸੀਂ ਜਿਉਂਦੇ ਰਹਿ ਗਏ ਸਾਡੇ ਵਰਗੇ ਲੱਖਾਂ ਸਿੰਘ ਤਿਆਰ ਕਰ ਦੇਵੋਗੇ। ਜੇ ਤੁਸੀਂ ਸੁਰੱਖਿਅਤ ਇੱਥੋਂ ਚਲੇ ਗਏ, ਅੱਗੇ ਜਾ ਕੇ ਤੁਹਾਡੇ ਇੱਕ ਬੋਲ ਤੇ ਲੱਖਾਂ ਸਿੰਘ ਤਿਆਰ ਹੋ ਜਾਣਗੇ, ਪਰ ਜੇ ਤੁਸੀਂ ਸ਼ਹੀਦ ਹੋ ਗਏ ਤੇ ਤੁਹਾਡੇ ਵਰਗਾ ਗੁਰੂ ਸਾਨੂੰ ਦੁਬਾਰੇ ਨਹੀਂ ਮਿਲਣਾ। ਇਸ ਕਰਕੇ ਸਾਡੀ ਬੇਨਤੀ ਹੈ ਵੀ ਨਿਕਲ ਜਾਵੋ, ਤੁਸੀਂ ਸਾਡੇ ਵਰਗੀ ਹੋਰ ਫੌਜ ਤਿਆਰ ਕਰੋਗੇ ਤੇ ਜੇ ਤੁਸੀਂ ਹੀ ਸ਼ਹੀਦ ਹੋ ਗਏ ਤੇ ਫਿਰ ਇਹ ਕਹਾਣੀ ਖਤਮ ਹੋ ਜਾਣੀ ਆ, ਤੁਹਾਡੇ ਵਰਗਾ ਗੁਰੂ ਸਾਨੂੰ ਦੁਬਾਰਾ ਨਹੀਂ ਮਿਲੇਗਾ। ਕਿਉਂ ਬੇਨਤੀ ਨੂੰ ਮੰਨ ਕੇ ਸਾਧ ਸੰਗਤ ਜੀ ਗੁਰੂ ਸਾਹਿਬ ਰਾਤ ਨੂੰ ਤਿਆਰ ਹੋ ਜਾਂਦੇ ਆ। ਫਿਰ ਮਹਾਰਾਜ ਕਹਿੰਦੇ ਆ ਵੀ ਮੇਰੇ ਨਾਲ ਭਾਈ ਦਇਆ ਸਿੰਘ, ਧਰਮ ਸਿੰਘ ਤੇ ਸੰਤ ਸਿੰਘ, ਮਾਨ ਸਿੰਘ, ਇਹ 3 ਸਿੰਘ ਨਾਲ ਤਿਆਰ ਕੀਤੇ ਆ। ਚੌਥੇ ਗੁਰੂ ਜੀ ਆਪ ਨੇ ਕਿ ਅੱਜ ਰਾਤ ਨੂੰ ਨਿਕਲਾਂਗੇ। ਔਰ ਨਾਲ ਮਹਾਰਾਜ ਕਹਿੰਦੇ ਮੇਰੀ ਸ਼ਰਤ ਹੈ ਵੀ ਮੈਂ ਚੋਰੀ ਨਹੀਂ ਜਾਵਾਂਗਾ। ਕੱਲ ਨੂੰ ਮੁਗਲ ਦੀਆਂ ਫੌਜਾਂ ਇਹ ਨਾ ਕਹਿਣ ਵੀ ਸਿੱਖਾਂ ਦਾ ਗੁਰੂ ਚੋਰੀ ਨਿਕਲ ਗਿਆ ਕੜੀ ਦੇ ਵਿੱਚੋਂ। ਕਹਿੰਦੇ ਮੈਂ ਤਾੜੀ ਮਾਰ ਕੇ ਇਹਨਾਂ ਨੂੰ ਜਗਾ ਕੇ ਇਹਨਾਂ ਨੂੰ ਦੱਸ ਕੇ ਜਾਵਾਂਗਾ ਵੀ ਸਿੱਖਾਂ ਦਾ ਗੁਰੂ ਜਾ ਰਿਹਾ, ਜੇ ਹਿੰਮਤ ਤਾਂ ਰੋਕ ਕੇ ਵੇਖੋ। ਸਿੰਘਾਂ ਨੇ ਹੱਥ ਜੋੜੇ, ਮਹਾਰਾਜ ਜੋ ਆਪ ਦੀ ਇੱਛਾ ਹੈ ਤੁਸੀਂ ਕਰੋ, ਪਰ ਇਹ ਬੇਨਤੀ ਹੈ ਵੀ ਜ਼ਰੂਰ ਗੜੀ ਨੂੰ ਛੱਡ ਕੇ ਚਲੇ ਜਾਵੋ। ਸਾਰੀ ਤਿਆਰੀ ਹੋ ਜਾਂਦੀ ਹੈ, ਸਤਿਗੁਰੂ ਜੀ ਉੱਥੋਂ ਨਿਕਲਦੇ ਹੈ। ਰਾਤ ਦਾ ਸਮਾਂ ਹੁੰਦਾ ਹੈ ਸਾਧ ਸੰਗਤ ਜੀ। ਉਦੋਂ ਜਿਹੜਾ ਸਮਾਂ ਹੁੰਦਾ ਸੀ, ਲੋਕ ਤਾਰਿਆਂ ਦੇ ਹਿਸਾਬ ਨਾਲ ਰਾਤ ਨੂੰ ਚੱਲਦੇ ਸੀ। ਦਿਨੇ ਸੂਰਜ ਦੇ ਹਿਸਾਬ ਨਾਲ, ਸੂਰਜ ਦੀ ਛਾਂ ਦੇ ਨਾਲ ਟਾਈਮ ਵੇਖਿਆ ਜਾਂਦਾ ਸੀ। ਛਾਂ ਤੋਂ ਪਤਾ ਲੱਗਦਾ ਸੀ ਹੁਣ ਦੁਪਹਿਰਾ ਹੋ ਗਿਆ, ਹੁਣ ਇੰਨੇ ਵੱਜ ਗਏ। ਅੱਜ ਵੀ ਇਹਦਾ ਇੱਕ ਪ੍ਰੂਫ ਹੈ, ਜਦੋਂ ਆਪਾਂ ਹਰਮੰਦਰ ਸਾਹਿਬ ਜਾਂਦੇ ਆ ਨਾ, ਜਦੋਂ ਦਿਉੜੀ ਤੋਂ ਸਰੋਵਰ ਦੇ ਉੱਪਰੋਂ ਲੰਘ ਕੇ ਜਾਂਦੇ ਆ ਤਾਂ ਇੱਕ ਥੰਮਲੇ ਦੇ ਉੱਪਰ ਇੱਕ ਪੁਰਾਣਾ ਲੱਗਿਆ ਹੋਇਆ ਘੜੀ ਸਮਾਂ ਦੇਖਣ ਵਾਲੀ, ਉਹ ਛਾਂ ਦੇ ਨਾਲ ਟਾਈਮ ਦੱਸਦੀ ਹੈ। ਅੱਜ ਵੀ ਹਰਮੰਦਰ ਸਾਹਿਬ ਉੱਥੇ ਮੌਜੂਦ ਹੈ। ਸਮੇਂ ਦੇ ਨਾਲ ਜਿਉਂ-ਜਿਉਂ ਸੂਰਜ ਢਲਦਾ ਹੈ, ਉਹਦੀ ਛਾਂ ਦੇ ਨਾਲ ਉੱਥੇ ਟਾਈਮ ਪਤਾ ਲੱਗਦਾ ਵੀ ਹੁਣ ਕਿੰਨਾ ਟਾਈਮ ਹੋ ਗਿਆ। ਇਸ ਤਰ੍ਹਾਂ ਦਿਨੇ ਲੋਕ ਸੂਰਜ ਦੇ ਹਿਸਾਬ ਨਾਲ ਚੱਲਦੇ ਸੀ, ਰਾਤ ਨੂੰ ਚੰਦਰਮਾ ਤਾਰਿਆਂ ਦੇ ਹਿਸਾਬ ਨਾਲ ਚੱਲਦੇ ਹੁੰਦੇ ਸੀ। ਹੁਣ ਮਹਾਰਾਜ ਨੇ ਜਾਣਾ ਰਾਤ ਨੂੰ ਗੜੀ ਤੋਂ, ਇਹ ਤੇ ਪਤਾ ਨਹੀਂ ਵੀ ਅੱਗੇ ਜਾਣਾ ਕਿੱਥੇ ਆ, ਉਹ ਜਗ੍ਹਾ ਕਿਹੜੀ ਹੈ। ਸਿਰਫ ਨਿਕਲਣ ਲੱਗੇ ਆ, ਅੱਗੇ ਜਾ ਕੇ ਮਿਲਣਾ ਕਿੱਥੇ ਉਹਦਾ ਕੋਈ ਨਹੀਂ। ਸਿਰਫ ਤਾਰਿਆਂ ਦਾ ਹਿਸਾਬ ਲਾਇਆ ਸੀ ਵੀ ਜਿਸ ਜਗ੍ਹਾ ਤੇ ਜਾ ਕੇ ਇਹ ਤਾਰੇ ਇਕੱਠੇ ਹੁੰਦੇ ਆ, ਉਸ ਥਾਂ ਤੇ ਆਪਾਂ ਜਾ ਕੇ ਇਕੱਠੇ ਹੋਵਾਂਗੇ। ਚਾਰੇ ਸਿੰਘਾਂ ਨੂੰ ਚਾਰੀਆਂ ਦਸ਼ਾਵਾਂ ਦੇ ਵਿੱਚ ਅੱਡੋ ਅੱਡ ਕਹਿ ਦਿੱਤਾ ਕਿ ਸਭ ਤੋਂ ਪਹਿਲਾਂ ਮੈਂ ਆਵਾਜ਼ ਮਾਰਾਂਗਾ, ਉਸ ਤੋਂ ਬਾਅਦ ਭਾਈ ਦਇਆ ਸਿੰਘ, ਫਿਰ ਧਰਮ ਸਿੰਘ, ਫਿਰ ਭਾਈ ਮਾਨ ਸਿੰਘ, ਭਾਵ ਚਾਰੇ ਪਾਸਿਆਂ ਤੋਂ ਆਵਾਜ਼ ਮਾਰ ਦੇਣੀ ਹੈ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਤੁਹਾਡੇ ਵਿੱਚ ਜੁਰਤ ਹੈ ਤਾਂ ਰੋਕ ਕੇ ਵੇਖੋ। ਸਾਰੀ ਤਿਆਰੀ ਹੋ ਗਈ ਹੈ। ਸਤਿਗੁਰੂ ਜੀ ਤੋਂ ਗੜੀ ਤੋਂ ਨਿਕਲਣ ਲੱਗਦੇ ਆ ਤੇ ਫਿਰ ਇੱਕ ਵਾਰੀ ਅੰਦਰ ਆਉਂਦੇ ਆ। ਸਿੰਘ ਪੁੱਛਦੇ, ਮਹਾਰਾਜ ਕੀ ਗੱਲ ਹੈ? ਮਹਾਰਾਜ ਕਹਿੰਦੇ ਮੈਂ ਆਪਣੇ ਪੈਰਾਂ 'ਚ ਪਾਏ ਹੋਏ ਜੋੜੇ ਲਾਉਣ ਵਾਸਤੇ ਆਏ ਹਾਂ। ਮਹਾਰਾਜ ਜੋੜੇ ਕਿਉਂ ਲਾ ਰਹੇ ਹੋ? ਅੱਗੇ ਜਾਣਾ, ਪਤਾ ਨਹੀਂ ਰਸਤਾ ਕਿਹੋ ਜਿਹਾ ਹੈ, ਕੰਡੇ ਨੇ, ਰੋੜੇ ਨੇ, ਪੱਥਰ ਨੇ, ਕਿਹੋ ਜਿਹੀ ਮਿੱਟੀ ਹੈ, ਪਾਣੀ ਹੈ, ਕਿਹੋ ਜਿਹਾ ਰਸਤਾ ਹੋਵੇਗਾ। ਮਹਾਰਾਜ ਨੇ ਬਚਨ ਕੀਤਾ, ਭਾਈ ਮੈਦਾਨੇ ਜੰਗ ਦੇ ਵਿੱਚ ਜਿੱਥੇ ਮੁਗਲ ਪਏ ਨੇ ਉੱਥੇ ਮੇਰੇ ਸਿੰਘਾਂ ਦੇ ਸਰੀਰ ਵੀ ਪਏ ਹੋਏ ਨੇ। ਮੇਰੇ ਸਿੰਘਾਂ ਦੇ ਸਿਰਾਂ ਦੇ ਉੱਪਰੋਂ ਦਸਤਾਰਾਂ ਲੱਥ ਜਾਂਦੀਆਂ, ਡਿੱਗੀਆਂ ਹੋਈਆਂ ਨੇ, ਜੂੜੇ ਕੇਸ ਖਿਲਰੇ ਹੋਏ ਨੇ, ਕਿਤੇ ਮੇਰੇ ਪੈਰ, ਮੇਰੀ ਜੁੱਤੀ ਉਹਨਾਂ ਦੇ ਕੇਸਾਂ ਨੂੰ ਨਾ ਲੱਗ ਜਾਵੇ। ਇਸ ਕਰਕੇ ਮੈਂ ਆਪਣੇ ਜੋੜੇ ਉਤਾਰ ਕੇ ਗੜੀ ਤੋਂ ਮੈਂ ਨੰਗੇ ਪੈਰੀ ਮੈਦਾਨੇ ਜੰਗ ਚੋਂ ਨਿਕਲ ਕੇ ਜਾਵਾਂਗਾ। ਉੱਥੋਂ ਸਤਿਗੁਰੂ ਜੀ ਇੱਕ ਪਾਸੇ ਨਿਕਲਦੇ ਆ, ਦੂਸਰੇ ਸਿੰਘ ਤਿੰਨਾਂ ਪਾਸਿਆਂ ਹੋ ਜਾਂਦੇ ਆ। ਫਿਰ ਸਤਿਗੁਰੂ ਜੀ ਉੱਚੀ ਆਵਾਜ਼ ਵਿੱਚ ਤਾੜੀ ਮਾਰ ਕੇ ਕਹਿੰਦੇ ਆ ਵੀ ਸਿੱਖਾਂ ਦਾ ਗੁਰੂ ਜਾ ਰਿਹਾ, ਗੁਰੂ ਗੋਬਿੰਦ ਸਿੰਘ ਜਾ ਰਿਹਾ, ਜੁਰਤ ਹੈ ਤੇ ਰੋਕ ਕੇ ਵੇਖੋ। ਸਾਧ ਸੰਗ ਬੈਰੀ ਦਲ ਜਿਹੜਾ ਹੈ ਉਹਨਾਂ ਨੂੰ ਭਾਜੜ ਪੈ ਜਾਂਦੀ ਹੈ ਵੀ ਇੱਧਰੋਂ ਆਵਾਜ਼ ਆਈ ਹੈ, ਉੱਧਰ ਨੂੰ ਭੱਜ ਲੈਂਦੇ ਆ। ਦੂਸਰੇ ਪਾਸੇ ਦੂਸਰਾ ਸਿੰਘ ਤਾੜੀ ਮਾਰ ਦਿੰਦਾ ਹੈ, ਉਹ ਵੈਰੀ ਸੋਚਦੇ ਆ ਵੀ ਇੱਧਰੋਂ ਆਵਾਜ਼ ਆਈ, ਉੱਧਰ ਨੂੰ। ਕਹਿੰਦੇ ਇਸ ਤਰ੍ਹਾਂ ਚਾਰੇ ਪਾਸੇ ਵੈਰੀਆਂ ਨੂੰ ਭਾਜੜ ਪੈ ਜਾਂਦੀ ਹੈ, ਆਪਸ ਵਿੱਚ ਹੀ ਵੱਢ ਟੁੱਕ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ। ਪਤਾ ਨਹੀਂ ਲੱਗਦਾ ਵੀ ਚਾਰ ਪਾਸੇ ਤੋਂ ਆਵਾਜ਼ਾਂ ਆ ਗਈਆਂ, ਇੱਧਰੋਂ ਵੀ ਆਵਾਜ਼ ਆ ਗਈ ਵੀ ਗੁਰੂ ਜਾ ਰਿਹਾ, ਇੱਧਰੋਂ ਵੀ ਆਵਾਜ਼ ਆ ਗਈ ਗੁਰੂ ਜਾ ਰਿਹਾ, ਤੇ ਚਾਰਾਂ ਪਾਸਿਆਂ ਨੂੰ ਫੌਜ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਆਪਸ ਵਿੱਚ ਹੀ ਉਹਨਾਂ ਦਾ ਘਸਮਾਣ ਦਾ ਯੁੱਧ ਹੋ ਗਿਆ। ਉੱਥੋਂ ਚਾਰੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਇੱਕ ਪਾਸੇ ਨੂੰ ਤੁਰ ਪੈਂਦੇ ਆ, ਬੂਰ ਮਾਜਰਾ ਪਿੰਡ ਇੱਧਰੋਂ ਹੁੰਦੇ ਹੋਏ, ਸਿੰਘ ਹੋਰ ਪਾਸੇ। ਚਾਰਾਂ ਦੇ ਚਾਰੋਂ ਰਾਹ ਵੱਖਰੇ ਵੱਖਰੇ ਹੋ ਜਾਂਦੇ ਆ। ਮਿਲਣਾ ਕਿਵੇਂ ਹੁੰਦਾ? ਸਿਰਫ ਤਾਰਿਆਂ ਦੇ ਹਿਸਾਬ ਨਾਲ।
ਵੀ ਇਸ ਜਗ੍ਹਾ ਤੇ ਜਾ ਕੇ ਆਪਾਂ ਇਕੱਠੇ ਹੋਵਾਂਗੇ। ਉਸ ਤਰ੍ਹਾਂ ਸਾਧ ਸੰਗਤ ਜੀ ਮਗਰ ਕੁਝ ਸਿੰਘ ਭਾਈ ਸੰਗਤ ਸਿੰਘ, ਜਿਹਨੂੰ ਸਤਿਗੁਰੂ ਜੀ ਜਾਣ ਤੋਂ ਪਹਿਲਾਂ ਆਪਣਾ ਬਾਣਾ ਜਿਹੜਾ ਹੈ ਸਿਰ ਦੇ ਉੱਪਰ ਕਲਗੀ ਸਜਾਈ ਹੁੰਦੀ ਸੀ, ਉਹ ਭਾਈ ਸੰਗਤ ਸਿੰਘ ਦੇ ਸੀਸ ਦੇ ਉੱਪਰ ਲਾ ਦਿੰਦੇ ਆ। ਉਹ ਹੱਥ ਜੋੜਦਾ, ਮਹਾਰਾਜ ਇਹ ਆਪ ਜੀ ਕੀ ਕਰ ਰਹੇ ਹੋ? ਤੇ ਸਾਧ ਸੰਗਤ ਜੀ ਮਹਾਰਾਜ ਬਚਨ ਕਰਦੇ ਆ, ਕਹਿੰਦੇ ਮੈਂ ਖਾਲਸਾ ਸਜਾਉਣ ਵੇਲੇ ਬਚਨ ਕੀਤੇ ਜੀ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਵੀ ਮੈਂ ਔਰ ਖਾਲਸਾ ਸਾਡੇ ਵਿੱਚ ਕੋਈ ਭੇਦ ਨਹੀਂ ਹੈ, ਇਸ ਕਰਕੇ ਅੱਜ ਮੈਂ ਆਪਣਾ ਰੂਪ ਤੈਨੂੰ ਦੇ ਕੇ ਚੱਲਿਆ। ਕਿਸ ਕਰਕੇ? ਇੱਕ ਉਹ ਸਾਧ ਸੰਗਤ ਜੀ ਕਹਿੰਦੀ ਉਹ ਨੀਤੀ ਵੀ ਹੈ ਕਿ ਵੈਰੀ ਦਲ ਨੂੰ ਇਹ ਪਤਾ ਲੱਗਦਾ ਰਹੇ ਵੀ ਗੁਰੂ ਗੋਬਿੰਦ ਸਿੰਘ ਗੜ੍ਹੀ ਦੇ ਵਿੱਚ ਹੀ ਆ। ਉਹਦਾ ਚਿਹਰਾ ਕਹਿੰਦੇ ਮਿਲਦਾ ਜੁਲਦਾ ਸੀ ਗੁਰੂ ਸਾਹਿਬ ਦੇ ਨਾਲ। ਉਹ ਗੜ੍ਹੀ ਦੇ ਉੱਪਰ ਕਲਗੀ ਲਾ ਕੇ ਭਾਈ ਸਾਗਰ ਸਿੰਘ ਖੜਾਗਾ, ਤਾਂ ਕਿ ਵੈਰੀ ਦਲ ਨੂੰ ਇਹੀ ਭੁਲੇਖਾ ਪੈਂਦਾ ਰਿਹਾ ਵੀ ਗੁਰੂ ਗੋਬਿੰਦ ਸਿੰਘ ਗੜ੍ਹੀ ਦੇ ਵਿੱਚ ਆ। ਪਰ ਮਹਾਰਾਜ ਉਸ ਨਿਕਲ ਚੁੱਕੇ ਨੇ, ਨਾਲੇ ਆਪਣਾ ਵਚਨ ਵੀ ਪੂਰਾ ਕਰ ਗਿਆ ਵੀ ਮੈਂ ਤੇ ਮੇਰੇ ਖਾਲਸੇ ਵਿੱਚ ਕੋਈ ਫਰਕ ਨਹੀਂ ਹੈ, ਮੇਰਾ ਹੀ ਰੂਪ ਮੇਰਾ ਖਾਲਸਾ ਹੈ। ਦੂਸਰੇ ਦਿਨ ਸਾਧ ਸੰਗਤ ਜੀ ਇਸ ਤਰ੍ਹਾਂ ਫਿਰ ਜੰਗ ਹੁੰਦਾ ਹੈ। ਜਦੋਂ ਅਖੀਰ ਸਾਰੇ ਸਿੰਘ ਚੜ੍ਹਾਈ ਕਰ ਜਾਂਦੇ ਆ, ਸ਼ਹੀਦ ਹੋ ਜਾਂਦੇ ਆ। ਭਾਈ ਸੰਗਤ ਸਿੰਘ ਦਾ ਸਿਰ ਕਹਿੰਦੇ ਉਦੋਂ ਫਿਰ ਰੋਪੜ ਨੂੰ ਹੋਰ ਪਾਸੇ ਭੇਜਿਆ ਜਾਂਦਾ ਹੈ ਵੀ ਅਸੀਂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ, ਵੇਖੋ ਉਹਦਾ ਸਿਰ ਲੈ ਕੇ ਆਏ ਆ। ਤੇ ਜਦੋਂ ਸਾਧ ਸੰਗਤ ਜੀ ਉਹ ਸਾਰੀ ਪੜਤਾਲ ਕਰਦੇ ਆ, ਪਤਾ ਲੱਗਦਾ ਵੀ ਗੁਰੂ ਸਾਹਿਬ ਤਾਂ ਇੱਥੋਂ ਵੀ ਸਾਡੇ ਕੋਲੋਂ ਬਚ ਕੇ ਨਿਕਲ ਗਿਆ, ਇਹ ਤੇ ਹੋਰ ਹੀ ਆ ਕੋਈ। ਪਤਾ ਲੱਗਿਆ ਵੀ ਇਹ ਤੇ ਉਹਨਾਂ ਦਾ ਕੋਈ ਸਿੱਖ ਆ, ਗੁਰੂ ਗੋਬਿੰਦ ਸਿੰਘ ਆਪ ਨਹੀਂ ਹੈ। ਬੜੇ ਸਾਧ ਸੰਗਤ ਜੀ ਕਹਿੰਦੀ ਉਹ ਨਿੰਮੋ ਝੂਣੇ ਬੇਸ਼ਰਮ ਹੁੰਦੇ ਆ ਵੀ ਪਹਿਲਾਂ 8 ਮਹੀਨੇ ਅਸੀਂ ਉਹਨੂੰ ਫੜਨ ਵਾਸਤੇ ਘੇਰਾ ਪਾਈ ਰੱਖਿਆ, ਉੱਥੋਂ ਵੀ ਨਿਕਲ ਗਿਆ। ਹੁਣ ਫੇਰ ਅਸੀਂ 40,000 ਦੇ ਲੱਖਾਂ ਦੇ ਕਰੀਬ ਜਿਹੜੇ ਬੈਰੀ ਦਲ ਨੇ ਘੇਰਿਆ ਹੋਇਆ ਸੀ, ਤੇ ਇੱਥੋਂ ਸਿਰਫ 40 ਜਾਣੇ ਸੀ, ਗੁਰੂ ਫੇਰ ਵੀ ਜਿਉਂਦਾ ਨਿਕਲ ਗਿਆ। ਮਤਲਬ ਇੱਕ ਬਹੁਤ ਵੱਡੀ ਉਹਨਾਂ ਦੇ ਕਹਿੰਦੇ ਨਾ ਮੂੰਹ ਤੇ ਕਾਲਖ ਮੁੱਖ ਨਿੰਦਕ ਕੇ ਸ਼ਾਹੀ, ਇੱਕ ਬੜੀ ਉਹਨਾਂ ਦੇ ਸਿਰ 'ਚ ਸੁਆਹ ਪਾ ਗਏ ਸਤਿਗੁਰੂ ਜੀ ਵੀ ਵੇਖ ਲਓ ਤੁਸੀਂ ਇੱਥੇ ਵੀ ਮੇਰਾ ਕੁਝ ਨਹੀਂ ਵਿਗਾੜ ਸਕੇ, ਔਰ 8 ਮਹੀਨੇ ਮੈਨੂੰ ਘੇਰਾ ਪਈ ਰੱਖਿਆ ਤਾਂ ਵੀ ਕੁਝ ਨਹੀਂ ਵਿਗਾੜ ਸਕੇ। ਇਸ ਤਰ੍ਹਾਂ ਮਹਾਰਾਜ ਉੱਥੋਂ ਨਿਕਲਦੇ ਹੈ। ਤੁਰਦੇ ਤੁਰਦੇ ਸਾਧ ਸੰਗਤ ਜੀ ਹੁਣ ਜਿਹੜਾ ਰਸਤਾ ਹੈ ਉਹ ਰਸਤਾ ਉਸ ਟਾਈਮ ਦਾ ਇਹੋ ਜਿਹਾ ਜਿਹਨੂੰ ਕਹਿੰਦੇ ਝਾੜੀਆਂ ਨੇ, ਵਿੱਚ ਕੰਡੇ ਹੈ ਬਹੁਤ। ਹੁਣ ਜਦੋਂ ਮਹਾਰਾਜ ਤੁਰਦੇ ਆ, ਇੱਕ ਤੇ ਰਾਤ ਹੈ, ਹਨੇਰਾ, ਔਰ ਪੈਰੋਂ ਨੰਗੇ ਨੇ। ਮਹਾਰਾਜ ਨੇ ਕੋਲ ਜਿਹੜੇ ਸ਼ਸਤਰ ਲਏ ਸੀ, ਇੱਕ ਤੇ ਨੰਗੀ ਤਲਵਾਰ ਹੱਥ ਵਿੱਚ ਫੜੀ ਹੋਈ ਹੈ, ਇੱਕ ਕਮਰ ਕਸੇ ਦੇ ਵਿੱਚ ਕਟਾਰ ਪਾਈ ਹੋਈ ਹੈ, ਤੇ ਇੱਕ ਤੀਰਾਂ ਦਾ ਪੱਥਾ ਤੇ ਤੀਰ ਕਮਾਨ। ਇਹ 3 ਸ਼ਸਤਰ ਗੁਰੂ ਸਾਹਿਬ ਜੀ ਗੜ੍ਹੀ ਚੋਂ ਲੈ ਕੇ ਬਾਹਰ ਨਿਕਲੇ ਹੈ। ਮੋਢੇ ਵਿੱਚ ਕਮਾਨ ਪਾਈ ਹੋਈ ਹੈ, ਪਿੱਛੇ ਤੀਰਾਂ ਦਾ ਪੱਥਾ ਹੈ, ਹੱਥ ਵਿੱਚ ਨੰਗੀ ਤਲਵਾਰ ਫੜੀ ਹੋਈ ਹੈ, ਤੇ ਕਮਰ ਕਸੇ ਵਿੱਚ ਕਟਾਰ ਪਾਈ ਹੋਈ ਹੈ। ਹੁਣ ਰਸਤਾ ਐਸਾ ਹੈ ਸਾਧ ਸੰਗਤ ਜੀ, ਉਹ ਸਾਰਾ ਨਾ ਤਾਂ ਉੱਥੇ ਕੋਈ ਰਾਹ ਹੈ, ਨਾ ਕੋਈ ਸੜਕ ਹੈ, ਜੰਗਲ ਹੀ ਜੰਗਲ ਹੈ। ਨਾ ਇਹ ਪਤਾ ਵੀ ਸੱਜੇ ਨੂੰ ਜਾਣਾ ਕਿ ਖੱਬੇ ਨੂੰ ਜਾਣਾ। ਮਹਾਰਾਜ ਇਸ ਤਰ੍ਹਾਂ ਤੁਰੇ ਜਾ ਰਹੇ ਨੇ, ਪੈਰਾਂ ਦੇ ਵਿੱਚ ਕੰਡੇ ਵੱਜੀ ਜਾਂਦੇ ਹੈ। ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਕੰਡੇ ਵੱਜਦੇ ਆ, ਸਰੀਰ ਦੇ ਉੱਪਰ ਕੋਈ ਕੰਡਾ ਵੱਜਦਾ ਹੈ, ਕਿਉਂਕਿ ਗੁਰਬਾਣੀ ਵਿੱਚ ਵੀ ਜ਼ਿਕਰ ਆਇਆ ਵੀ ਜਿਵੇਂ ਬੇਰੀ ਇੱਕ ਦਰਖਤ ਆ ਨਾ, ਇਹਦੇ ਕੰਡੇ ਬੜੇ ਵਿੰਗੇ ਹੁੰਦੇ ਆ। ਉਹ ਜਦੋਂ ਕਿਸੇ ਕੱਪੜੇ ਵਿੱਚ ਵੀ ਫਸ ਜਾਣ, ਨਿਕਲਦੇ ਇਹਨਾਂ ਨੂੰ ਪਾੜ ਤਾਂ ਦਿੰਦੇ ਆ, ਪਰ ਉਹਦੇ ਵਿੱਚੋਂ ਨਹੀਂ ਨਿਕਲਦੇ। ਇਸ ਤਰ੍ਹਾਂ ਜਦੋਂ ਮਾਸ ਤੇ ਕਿਤੇ ਵੱਜ ਜਾਣ ਤੇ ਸਾਧ ਸੰਗਤ ਮਾਸ ਪਾੜ ਦਿੰਦੇ ਆ। ਤੇ ਮਹਾਰਾਜ ਨੇ ਗੁਰਬਾਣੀ ਵਿੱਚ ਸਾਖਤ ਨੂੰ ਕਿਹਾ ਵੀ ਉਹ ਕੰਡੇ ਵਰਗਾ, ਉਹ ਸਾਖਤ ਮੁਰਖ ਜਿਹੜਾ ਹੈ ਉਸ ਬੇਰੀ ਵਰਗਾ ਹੈ। ਉਹਦੇ ਵਿੱਚ ਆਉਂਦਾ ਹੈ ਵੀ ਕੇਲੇ ਨਿਕਟ ਜਿਉਂ ਬੇਰ, ਉਹ ਝੂਲੇ ਉਹ ਚੀਰੀ ਹੈ, ਸਾਖਤ ਸੰਗ ਨਾ ਹੀਰ। ਕਹਿੰਦੇ ਜਿਵੇਂ ਇੱਕ ਬੇਰੀ ਹੋਵੇ, ਉਹਦੇ ਨੇੜੇ ਕੇਲੇ ਦਾ ਦਰਖਤ ਹੋ ਜਾਵੇ। ਕੇਲਾ ਆਪਾਂ ਨੂੰ ਪਤਾ ਕਿੰਨੇ ਇਹਦੇ ਪੱਤੇ ਮੁਲਾਇਮ ਹੁੰਦੇ ਆ, ਵੱਡੇ ਵੱਡੇ ਪੱਤੇ ਹੁੰਦੇ ਆ। ਜਦੋਂ ਕਹਿੰਦੇ ਹਵਾ ਆਉਂਦੀ ਆ, ਕੇਲਾ ਆਪਣੀ ਮਸਤੀ ਵਿੱਚ ਝੂਲਦਾ, ਤੇ ਜਿਹੜਾ ਹੁੰਦੀ ਆ ਬੇਰੀ, ਜਦੋਂ ਉਹਦੇ ਪੱਤਿਆਂ ਦੇ ਵਿੱਚ ਜਾ ਕੇ ਕੰਡਿਆਂ ਨਾਲ ਵਲਣਾ, ਕੰਡੇ ਵਿੱਚ ਫਸ ਜਾਂਦੇ ਆ ਤੇ ਪੱਤਿਆਂ ਨੂੰ ਲੀਰੋ ਲੀਰ ਕਰ ਦਿੰਦੇ ਆ। ਕਹਿੰਦੇ ਸਾਖਤ ਬੰਦਾ ਕਬੀਰ ਸਾਖਤ ਐਸਾ ਹੈ ਵੀ ਸਾਖਤ ਪੁਰਸ਼ ਜਿਹੜਾ ਉਹ ਇਹੋ ਜਿਹਾ ਜਿਵੇਂ ਕੇਲਾ ਤਾਂ ਮਸਤੀ ਨਾਲ ਉਹਦੇ ਕੋਲ ਝੂਲਦਾ ਹੈ, ਪਰ ਉਹ ਜਿਹੜੇ ਬੇਰੀ ਦੇ ਕੰਡੇ ਨੇ ਉਹ ਲੀਰੋ ਲੀਰ ਕਰਦੇ ਆ, ਚੀਰ ਕੇ ਰੱਖ ਦਿੰਦੇ ਆ। ਇਸ ਤਰ੍ਹਾਂ ਹੁਣ ਸਾਧ ਸੰਗਤ ਰਸਤੇ ਵਿੱਚ ਝਾੜੀਆਂ ਨੇ, ਇਹੋ ਜਿਹੇ ਕੰਡੇ ਆ, ਕਦੇ ਸਰੀਰ ਤੇ ਕੰਡੇ ਵੱਜਦੇ ਆ, ਕਦੇ ਜਾਮੇ ਦੇ ਵਿੱਚ ਫਸ ਜਾਂਦੇ ਆ। ਜਦੋਂ ਕੰਡਾ ਫਸਦਾ ਜਾਮਾ ਲੀਰੋ ਲੀਰ ਹੋ ਜਾਂਦਾ। ਐਸੀ ਹਾਲਤ ਸਤਿਗੁਰੂ ਦੀ ਹੋਈ ਹੈ। ਇਸ ਕਰਕੇ ਸਾਧ ਸੰਗਤ ਉਦੋਂ ਰਸਤੇ ਵਿੱਚ ਗੁਰਦੁਆਰਾ ਵੀ ਬਣਿਆ, ਉਹਦਾ ਨਾਮ ਹੀ ਹੁਣ ਰੱਖਿਆ ਹੋਇਆ ਝਾੜ ਸਾਹਿਬ।
ਵੀ ਉੱਥੇ ਇੰਨੇ ਜ਼ਿਆਦਾ ਝਾੜ ਸੀ, ਬੰਦੇ ਨੂੰ ਪਤਾ ਨਹੀਂ ਲੱਗਦਾ ਜਾਣਾ ਕਿਹੜੇ ਪਾਸੇ ਆ। ਉਹ ਗੁਰਦੁਆਰੇ ਦਾ ਨਾਮ ਹੈ ਝਾੜ ਸਾਹਿਬ। ਸਤਿਗੁਰੂ ਜੀ ਨੂੰ ਤੁਰਦਿਆਂ ਸਵੇਰ ਦਾ ਸਮਾਂ ਹੋ ਗਿਆ, ਉਧਰ ਸਿੰਘ ਤੁਰੇ ਹੋਏ ਆ। ਕਹਿੰਦੇ ਨੇ ਉਹ ਜਗ੍ਹਾ ਤੇ ਥੋੜਾ ਚਿਰ ਵਾਸਤੇ ਰੁਕਦੇ ਆ, ਆਰਾਮ ਕਰਦੇ ਆ। ਉੱਥੇ ਦੋ ਗੁੱਜਰ ਭਰਾ, ਗੁੱਜਰ ਹੁੰਦੇ ਜਿਹੜੇ ਮਾਲ ਡੰਗਰ ਉਚਾਰਦੇ ਹੁੰਦੇ ਸੀ, ਦੁੱਧ ਵੇਚਦੇ ਆ, ਮੱਝਾਂ ਗਾਈਆਂ ਰੱਖੀਆਂ ਹੁੰਦੀਆਂ। ਉਹ ਦੋ ਗੁੱਜਰ ਜਿਨ੍ਹਾਂ ਨਾਮ ਹੈ ਅਲਫੂ ਤੇ ਗਾਮੂ, ਉਹ ਸਤਿਗੁਰੂ ਜੀ ਨੂੰ ਉੱਥੇ ਮਿਲਦੇ ਆ, ਦੇਖ ਲੈਂਦੇ ਆ ਗੁਰੂ ਸਾਹਿਬ ਨੂੰ ਕਿ ਮਾਰ ਬੈਠੇ, ਪਛਾਣ ਲਿਆ ਵੀ ਇਹ ਗੁਰੂ ਗੋਬਿੰਦ ਸਿੰਘ ਆ। ਉਦੋਂ ਸਮਾਂ ਐਸਾ ਬਣਿਆ ਹੋਇਆ ਸਾਹ ਕਹਿੰਦਾ ਪੱਤਾ ਪੱਤਾ ਬੈਰੀ ਬਣ ਚੁੱਕਿਆ ਸੀ ਗੁਰੂ ਸਾਹਿਬ ਦਾ। ਜਿਹੜੇ ਆਪ ਦੇ ਕਹਿਣ ਵਾਲੇ ਸੀ ਉਹ ਵੀ ਘਰਾਂ ਤੋਂ ਧੱਕੇ ਮਾਰ ਰਹੇ ਸੀ ਵੀ ਸਾਡੇ ਘਰੇ ਗੁਰੂ ਗੋਬਿੰਦ ਸਿੰਘ ਨਾ ਆਵੇ। ਜਿਹੜੇ ਅਰਦਾਸਾਂ ਕਰਦੇ ਹੁੰਦੇ ਸੀ ਅੱਜ ਉਹ ਵੀ ਕਹਿ ਰਹੇ ਨੇ ਵੀ ਮਹਾਰਾਜ ਸਾਡੇ ਘਰ ਵਿੱਚ ਨਾ ਹੀ ਆਉਣ ਤੇ ਚੰਗਾ। ਸਿਰ ਦੇ ਉੱਪਰ ਇਨਾਮ ਰੱਖਿਆ ਹੋਇਆ, ਖਬਰਾਂ ਸਾਰੇ ਪਹੁੰਚ ਗਈਆਂ ਕਿ ਗੁਰੂ ਗੜੀ ਦੇ ਵਿੱਚੋਂ ਨਿਕਲ ਗਿਆ, ਕੋਈ ਫੜੇ, ਕੋਈ ਉਹਨਾਂ ਨੂੰ ਵੇਖੇ ਤੇ ਉਹਨੂੰ ਬਹੁਤ ਵੱਡਾ ਇਨਾਮ ਮਿਲੇਗਾ। ਅਲਫੂ ਤੇ ਗਾਮੂ ਨੇ ਜਦੋਂ ਵੇਖਿਆ ਵੀ ਇਹ ਤੇ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਬੇਟਾ ਹੈ, ਕਿਉਂ ਨਾ ਆਪਾਂ ਰੌਲਾ ਪਾ ਕੇ, ਕਿਉਂਕਿ ਪੁਲਿਸ ਵੀ ਥਾਂ ਥਾਂ ਤੇ ਜਿਹੜੇ ਉਹ ਫੌਜੀ ਦਸਤੇ ਨੇ ਉਹ ਲੱਭਦੇ ਫਿਰਦੇ ਆ ਮਹਾਰਾਜ ਨੂੰ। ਉੱਥੇ ਰੌਲਾ ਪਾਉਣ ਲੱਗ ਗਏ ਨੇ ਵੀ ਗੁਰੂ ਸਾਹਿਬ ਇੱਥੇ ਬੈਠੇ ਨੇ। ਕਹਿੰਦੇ ਮਹਾਰਾਜ ਕੋਲੇ ਗਏ, ਜਾ ਕੇ ਉਹਨਾਂ ਨੂੰ ਪਿਆਰ ਨਾਲ ਸਮਝਾਉਂਦੇ ਆ ਵੀ ਮੈਂ ਤੇ ਪਹਿਲਾਂ ਹੀ ਬਹੁਤ ਆ, ਦੇਖੋ ਦੁੱਖ ਚੱਲਦਾ ਆ, ਵੀ ਤੁਸੀਂ ਰੌਲਾ ਨਾ ਪਾਓ। ਦੂਸਰੀ ਵਾਰ ਫੇਰ ਮਹਾਰਾਜ ਸਮਝਾਉਂਦੇ ਆ। ਮਹਾਰਾਜ ਦੇ ਕੋਲੇ ਸਾਧ ਸੰਗਤ ਜੀ ਜੋ ਹੀਰੇ ਮੋਤੀਆਂ ਦੀ ਮਾਲਾ ਹੁੰਦੀ ਹੈ ਬਹੁਤ ਮਹਿੰਗੀ, ਉਹ ਮਹਾਰਾਜ ਕਹਿੰਦੇ ਆ ਮੇਰੇ ਕੋਲੋਂ ਹੀਰੇ ਮੋਤੀ ਕੰਠੀ ਹੈ, ਇਹ ਲੈ ਲਵੋ, ਜਾ ਕੇ ਵੇਚ ਲਿਓ, ਤੁਹਾਨੂੰ ਜੋ ਚਾਹੀਦਾ ਲੈ ਲਿਓ, ਪਰ ਤੁਸੀਂ ਰੌਲਾ ਨਾ ਪਾਓ। ਸਾਧ ਸੰਗਤ ਤਿੰਨ ਵਾਰੀ ਸਮਝਾਇਆ, ਤਿੰਨੇ ਵਾਰ ਨਾ ਸਮਝੇ ਤੇ ਮੌਰ ਕਹਿੰਦੇ ਗੁਰੂ ਸਾਹਿਬ ਨੇ ਵੱਟ ਕੇ ਦੋਹਾਂ ਦੇ ਇੱਕ ਚਪੇੜ ਮੂੰਹ ਤੇ ਮਾਰੀ ਤੇ ਉਹ ਗੁੰਗੇ ਬੋਲੇ ਹੋ ਗਏ। ਦੁਆਰੇ ਬੋਲਣ ਮੂੰਹ ਚੋਂ ਕੋਈ ਆਵਾਜ਼ ਹੀ ਨਾ ਨਿਕਲੇ, ਕਿਉਂਕਿ ਇੱਕ ਰਾਜਨੀਤੀ ਹੈ। ਗ੍ਰੰਥਾਂ ਵਿੱਚ ਵੀ ਲਿਖਿਆ ਹੈ ਸਾਮ ਦਾਮ ਭੇਦ ਦੰਡ। ਕਹਿੰਦੇ ਬੰਦੇ ਨੂੰ ਕੋਈ ਵਿਗੜ ਜਾਵੇ, ਚਾਰ ਤਰੀਕੇ ਆ, ਸਾਮ ਦਾਮ ਭੇਦ ਦੰਡ। ਸਾਮ ਕਹਿੰਦੇ ਆ ਪਿਆਰ ਨਾਲ, ਪਹਿਲਾਂ ਮਨਾ ਵੀ ਆ, ਚੱਲ ਕੋਈ ਨਹੀਂ ਤੂੰ ਫੈਸਲਾ ਕਰ ਲੈ। ਕਹਿੰਦੇ ਸਭ ਤੋਂ ਪਹਿਲਾ ਹਥਿਆਰ ਹੈ, ਸ਼ਾਸਤਰ ਹੈ ਪਿਆਰ ਦਾ, ਸਾਮ। ਦੂਜਾ ਹੈ ਦਾਮ। ਦਾਮ ਕਹਿੰਦੀ ਆ ਪੈਸੇ ਨੂੰ, ਫਿਰ ਲਾਲਚ ਦੇਵੋ ਵੀ ਤੂੰ ਲਾਲਚ ਨਾਲ ਹੀ ਮੰਨ ਜਾ, ਚੁੱਪ ਕਰ ਜਾ। ਫਿਰ ਹੈ ਭੇਦ। ਭੇਦ ਹੁੰਦਾ ਵੀ ਉਹਦਾ ਕੋਈ ਕਮਜ਼ੋਰੀ ਲੱਭਣੀ, ਉਹਦਾ ਕੋਈ ਭੇਤ ਲੈਣਾ। ਕਹਿੰਦੇ ਜਦੋਂ ਤਿੰਨੇ ਚੀਜ਼ਾਂ ਨਾਲ ਨਾ ਮੰਨੇ ਫਿਰ ਆਇਆ ਦੰਡ, ਵੀ ਫਿਰ ਉਹਦੇ ਚਪੇੜ ਮਾਰ ਕੇ ਫਿਰ ਡੰਡੇ ਨਾਲ ਮਨਾ ਲਓ। ਵੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਪਹਿਲਾਂ ਤਿੰਨ ਵਾਰੀ ਪਿਆਰ ਨਾਲ ਮਨਾਇਆ, ਲਾਲਚ ਵੀ ਦਿੱਤਾ, ਨਾ ਚੁੱਪ ਹੋਏ ਤੇ ਦੋਹਾਂ ਦੇ ਇੱਕ ਇੱਕ ਚਪੇੜ ਮੂੰਹ ਤੇ ਮਾਰਦੇ, ਉਹਨਾਂ ਦੀ ਆਵਾਜ਼ ਹੀ ਨਿਕਲਣੀ ਬੰਦ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਫਿਰ ਉੱਥੋਂ ਤੁਰ ਪੈਂਦੇ ਆ, ਕਿਉਂਕਿ ਦਿਨੇ ਗੁਰੂ ਸਾਹਿਬ ਸਿੰਘ ਸਫ਼ਰ ਘੱਟ ਕਰਦੇ ਆ। ਦਿਨੇ ਸਾਧ ਸੰਗਤ ਚਾਰੇ ਪਾਸੇ ਫੌਜਾਂ, ਔਰੰਗਜ਼ੇਬ ਦੀਆਂ, ਵਜੀਦ ਖਾਨ ਦੀਆਂ, 22 ਧਾਰ ਦੇ ਰਾਜੇ ਨੇ, ਇੰਨੀਆਂ ਫੌਜਾਂ ਨੇ ਜਿਵੇਂ ਸ਼ਿਕਾਰੀ ਸ਼ਿਕਾਰ ਨੂੰ ਲੱਭ ਰਿਹਾ ਹੁੰਦਾ ਨਾ, ਵੀ ਥਾਂ ਥਾਂ ਤੇ ਲੱਭਦਾ ਫਿਰਦਾ, ਇਉਂ ਮਗਰ ਫੌਜਾਂ ਲੱਗੀਆਂ ਹੋਈਆਂ ਜਿਵੇਂ ਸ਼ਿਕਾਰੀ ਸ਼ਿਕਾਰ ਲੱਭਦਾ ਫਿਰਦਾ ਹੁੰਦਾ। ਇਸ ਕਰਕੇ ਮਹਾਰਾਜ ਦਿਨ ਦੇ ਸਮੇਂ ਦੇ ਵਿੱਚ ਸਫ਼ਰ ਘੱਟ ਕਰਦੇ ਆ, ਕਿਉਂਕਿ ਦਿਨੇ ਦੂਰ ਤੋਂ ਬੰਦਾ ਤੁਰਦਾ ਫਿਰਦਾ ਦਿਖ ਜਾਂਦਾ ਹੈ। ਦਿਨੇ ਸਿੰਘ ਵੀ ਕੋਸ਼ਿਸ਼ ਕਰਦੇ ਆ ਵੀ ਲੁਕ ਛਿਪ ਕੇ ਬੈਠਦੇ ਆ, ਮਹਾਰਾਜ ਵੀ ਫਿਰ ਜਦੋਂ ਸ਼ਾਮ ਹੁੰਦੀ ਹੈ ਫਿਰ ਤੁਰਦੇ ਆ। ਫਿਰ ਮਹਾਰਾਜ ਉੱਥੋਂ ਤੁਰ ਪੈਂਦੇ ਆ ਜਦੋਂ ਸ਼ਾਮ ਦੇ ਟਾਈਮ ਹੁੰਦਾ। ਚਲਦਿਆਂ ਸਾਧ ਸੰਗਤ ਜੀ ਜਿੱਥੇ ਹੁਣ ਮਾਛੀਵਾੜੇ ਦੇ ਧਰਤੀ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਚਰਨ ਕਮਲ ਸਾਹਿਬ, ਉਸ ਸਥਾਨ ਦੇ ਉੱਪਰ ਆ ਕੇ ਇੱਕ ਬਹੁਤ ਸੋਹਣਾ ਬਾਗ ਆ ਜਾਂਦਾ। ਇੱਕ ਪਾਸੇ ਤੇ ਹੁਣ ਝਾੜ ਨੇ, ਝਾੜੀਆਂ, ਸਾਰਾ ਜੰਗਲ ਹੈ, ਦੂਜੇ ਪਾਸੇ ਇੱਕ ਬਾਗ ਲੱਗਿਆ ਹੋਇਆ ਬਹੁਤ ਸੋਹਣਾ। ਮਹਾਰਾਜ ਉਸ ਬਾਗ ਵਿੱਚ ਚਲੇ ਜਾਂਦੇ ਹੈ ਤੇ ਉੱਥੇ ਜਾਂਦਿਆਂ ਨੂੰ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਹੋ ਜਾਂਦਾ। ਮਹਾਰਾਜ ਆ ਕੇ ਫਿਰ ਉੱਥੇ ਜਿੱਥੇ ਹੁਣ ਕਈ ਸੰਗਤ ਨੇ ਦਰਸ਼ਨ ਕੀਤੇ ਆ ਵੀ ਗੁਰਦੁਆਰਾ ਝਾੜ ਸਾਹਿਬ ਆ ਤੇ ਗੁਰਦੁਆਰਾ ਸਾਧ ਸੰਗਤ ਜੀ ਚਰਨ ਕਮਲ ਹੈ, ਉੱਥੇ ਇੱਕ ਜੰਡ ਦਾ ਦਰਖਤ ਸੀ, ਅੱਜ ਵੀ ਦਰਖਤ ਮੌਜੂਦ ਆ ਉੱਥੇ। ਜੇ ਕਿਤੇ ਦਰਸ਼ਨ ਕਰਨ ਜਾਵੋ ਤੇ ਉਹ ਦਰਖਤ ਬਹੁਤ ਵੱਡਾ ਫੈਲਿਆ ਹੋਇਆ ਉਹ ਦਰਖਤ ਹੈ। ਉਹਦੇ ਨੇੜੇ ਹੀ ਇੱਕ ਖੂਹ ਆ, ਜਿਹੜਾ ਉਹ ਮਾਲਕ ਦਾ ਖੂਹ ਸੀ, ਜਿਨ੍ਹਾਂ ਦਾ ਨਾਮ ਸੀ ਗੁਲਾਬਾ ਤੇ ਪੰਜਾਬਾ, ਦੋ ਸਿੱਖ ਸੀ ਇਹ ਵੀ। ਇਹਨਾਂ ਦਾ ਉਹ ਬਾਗ ਸੀ ਤੇ ਇਹਨਾਂ ਦੀ ਖੂਹ ਸੀ। ਮਹਾਰਾਜ ਖੂਹ ਦੇ ਉੱਪਰੋਂ ਟਿੰਡ ਚੁੱਕਦੇ ਆ। ਟਿੰਡਾਂ ਹੁੰਦੀਆਂ ਸਨ ਸਾਧ ਸੰਗਤ ਜੀ ਐਡੀਆਂ ਐਡੀਆਂ, ਇੱਕ ਖੂਹ ਦੇ ਵਿੱਚ ਜਿਵੇਂ ਮਾਲ ਚੱਲਦੀ ਹੈ, ਵਿੱਚੋਂ ਪਾਣੀ ਦੀਆਂ ਭਰ ਕੇ ਆਉਂਦੀਆਂ ਹੁੰਦੀਆਂ ਸੀ। ਉਹ ਮਹਾਰਾਜ ਇੱਕ ਟਿੰਡ ਚੁੱਕਦੇ ਆ ਤੇ ਟਿੰਡ ਚੁੱਕ ਕੇ ਲਿਆ ਕੇ ਜੰਡ ਦੇ ਦਰਖਤ ਹੇਠਾਂ ਆ ਕੇ ਆਰਾਮ ਕਰਨ ਵਾਸਤੇ ਪੈ ਜਾਂਦੇ ਆ।
2 ਦਿਨ ਹੋ ਗਏ ਹੁਣ ਤੁਰਿਆ ਆਉਂਦਿਆਂ ਨੂੰ, ਸਰੀਰ ਵੀ ਜ਼ਖਮੀ ਹੋਇਆ, ਪੈਰ ਵਿੱਚ ਕੰਡੇ ਵੱਜੇ ਆ, ਲਹੂ ਨਿਕਲ ਰਿਹਾ ਤੇ ਇਹੋ ਜਿਹੀ ਹਾਲਤ ਹੋ ਚੁੱਕੀ ਆ, ਜਾਮਾ ਸਾਰਾ ਲੀਰੋ ਲੀਰ ਹੈ। ਮਹਾਰਾਜ ਨੂੰ ਕਹਿੰਦੇ ਜਦੋਂ ਤੇ ਆਰਾਮ ਕਰਨ ਲੱਗਦੇ ਆ ਤੇ ਇਤਿਹਾਸਕਾਰ ਲਿਖਦੇ ਆ ਗੁਰੂ ਸਾਹਿਬ ਜੀ ਫਿਰ ਪੈਂਦੇ ਕਿਵੇਂ ਆ, ਜਿਹੜੇ ਪਾਸੇ ਝਾੜ ਹੈ ਉਧਰ ਪਿੱਠ ਕਰਦੇ ਆ, ਕਿਉਂਕਿ ਉਧਰੋਂ ਕੋਈ ਖਤਰਾ ਨਹੀਂ, ਵੀ ਕੋਈ ਆ ਨਹੀਂ ਸਕਦਾ, ਬਹੁਤ ਸੰਘਣੇ ਦਰਖਤ, ਝਾੜੀਆਂ ਦਰਖਤ ਨੇ, ਇਸ ਕਰਕੇ ਕਹਿੰਦੇ ਉਧਰ ਨੂੰ ਪਿੱਠ ਕਰ ਲੈਂਦੇ ਨੇ। ਔਰ ਆ ਜਿਹੜਾ ਖੱਬਾ ਪਾਸਾ ਥੱਲੇ, ਸੱਜਾ ਪਾਸਾ ਉੱਪਰ, ਟੇਢੇ ਤਰ੍ਹਾਂ ਮਹਾਰਾਜ ਜੀ ਪਏ ਨੇ, ਸਿਰ ਦੇ ਥੱਲੇ ਟਿੰਡ ਰੱਖੀ ਹੋਈ ਹੈ ਖੂਹ ਦੀ, ਤੇ ਮੂਹਰੇ ਆਪ ਦੇ ਛਾਤੀ ਨਾਲ ਨੰਗੀ ਤਲਵਾਰ ਫੜ ਕੇ ਰੱਖੀ ਹੋਈ ਹੈ, ਪਿੱਛੇ ਤੀਰਾਂ ਦਾ ਪੱਥਾ ਪਿਆ, ਕਮਰ ਕਸੇ ਵਿੱਚ ਤਲਵਾਰ ਰੱਖੀ ਹੋਈ ਹੈ। ਪਏ ਵੀ ਇਸ ਤਰ੍ਹਾਂ ਵੀ ਜੇ ਕੋਈ ਆਊਗਾ ਤਾਂ ਸਾਹਮਣੇ ਆਊ, ਪਿੱਛੋਂ ਕੋਈ ਆ ਨਹੀਂ ਸਕਦਾ, ਪਿੱਛੇ ਝਾੜ ਹੈ, ਦਰਖਤ ਨੇ, ਬਹੁਤ ਝਾੜੀਆਂ ਨੇ, ਵੀ ਜੇ ਕੋਈ ਆਏਗਾ ਤਾਂ ਸਾਹਮਣੇੋਂ ਆਵੇਗਾ। ਮਹਾਰਾਜ ਸਾਹਮਣੇ ਨੂੰ ਮੂੰਹ ਕਰਕੇ ਪਏ ਆ ਔਰ ਹੱਥ ਵਿੱਚ ਇਉਂ ਹੀ ਤਲਵਾਰ ਸਾਰੀ ਦਿਨ ਰਾਤ ਦੀ ਫੜੀ ਹੋਈ ਹੈ। ਭਾਵ ਇੰਨੀ ਤਿਆਰੀ ਨਾਲ ਆਰਾਮ ਕਰਨ ਵੀ ਪਏ ਆ ਵੀ ਜੇ ਕੋਈ ਸਾਹਮਣੇ ਵੈਰੀ ਆਵੇ ਤੇ ਮੈਂ ਇੱਥੋਂ ਪਿਆਈ ਉਹਨੂੰ ਵੱਢ ਦੇਵਾਂਗਾ। ਇਸ ਹਿਸਾਬ ਨਾਲ ਸਤਿਗੁਰੂ ਜੀ ਉਹ ਜਗ੍ਹਾ ਦੇ ਉੱਪਰ ਪਏ ਨੇ। ਸੋ ਸਮਾਂ ਹੋਇਆ, ਆਪਾਂ ਕੱਲ ਨੂੰ ਫੇਰ ਇਸ ਤਰ੍ਹਾਂ ਅੱਗੇ ਇੱਥੋਂ ਇਤਿਹਾਸ ਸ਼ੁਰੂ ਕਰਾਂਗੇ। ਉਦੋਂ ਅੱਗੇ ਸਾਧ ਸੰਗਤ ਕੀ ਉੱਥੇ ਕੌਤਕ ਵਰਤਦੇ ਹੈ, ਕੀ ਅੱਗੇ ਸਤਿਗੁਰੂ ਦੇ ਨਾਲ ਭਾਣਾ ਵਰਤਦਾ ਹੈ। ਸੋ 3 ਦਿਨ ਦਾ ਸਮਾਂ ਆਪਣੇ ਕੋਲ ਮਿਲਿਆ ਹੈ। ਅੱਜ ਪਹਿਲੇ ਦਿਨ ਆਪਾਂ ਸਤਿਗੁਰੂ ਦੇ ਚਰਨਾਂ 'ਚ ਹਾਜ਼ਰੀਆਂ ਭਰੀਆਂ। ਇਸੇ ਤਰ੍ਹਾਂ ਰਹਿੰਦੇ 2 ਦਿਨ ਵੀ ਸੰਗਤਾਂ ਨੇ ਕਿਰਪਾ ਕਰਨੀ ਹੈ। ਸਮੇਂ ਨਾਲ ਆਈਏ ਤੇ ਆਪਾਂ ਸਮੇਂ ਨਾਲ ਹੀ ਇਤਿਹਾਸ ਦੀ ਆਰੰਭਤਾ ਕਰੀਏ ਤੇ ਗੁਰੂ ਸਾਹਿਬ ਦੇ ਪਰਉਪਕਾਰਾਂ ਨੂੰ ਯਾਦ ਕਰੀਏ। ਕਿਉਂਕਿ ਸਾਧ ਸੰਗਤ ਜੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਵੀ ਜੋ ਕੁਝ ਸਤਿਗੁਰੂ ਜੀ ਸਾਡੇ ਤੇ ਬਖਸ਼ਿਸ਼ਾਂ ਕਰ ਗਏ ਨੇ, ਅਸੀਂ ਕਿਸੇ ਵੀ ਤਰ੍ਹਾਂ ਉਹਦਾ ਦੇਣ ਨਹੀਂ ਦੇ ਸਕਦੇ, ਔਰ ਨਾ ਹੀ ਸਾਡੇ ਵਿੱਚ ਏਡੀ ਤਾਕਤ ਹੈ, ਨਾ ਹੀ ਪਹੁੰਚ ਹੈ। ਸਿਰਫ ਆਪਾਂ ਉਹਦੇ ਪਰਉਪਕਾਰਾਂ ਨੂੰ ਬੈਠ ਕੇ ਯਾਦ ਕਰੀਏ। ਕਿਉਂ ਕਿਸੇ ਕਵੀ ਨੇ ਲਿਖਿਆ ਵੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ। ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਤੇ ਨਾ ਆਉਂਦੇ, ਅੱਜ ਇੱਕੋ ਹੀ ਬਸ ਅੱਲਾਹੂ ਅੱਲਾਹੂ ਇਸਲਾਮ ਹੀ ਹੋਣਾ ਸੀ, ਹੋਰ ਕੋਈ ਧਰਮ ਨਹੀਂ ਸੀ ਹੋਣਾ। ਕਿਉਂਕਿ ਉਹਨਾਂ ਨੇ ਧਾਰਿਆ ਹੋਇਆ ਸੀ, ਔਰੰਗਜ਼ੇਬ ਨੇ, ਕਿ ਸੰਸਾਰ ਦੇ ਉੱਪਰ ਇੱਕੋ ਹੀ ਧਰਮ ਰਹੇਗਾ, ਬਾਕੀ ਸਾਰੇ ਧਰਮ ਮੈਂ ਖਤਮ ਕਰ ਦੇਣੇ ਆ। ਤੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਪੱਗੇ ਤੇ 2 ਧਰਮ ਨੇ, ਹੁਣ ਮੈਂ ਤੀਜਾ ਹੋਰ ਤੋਂ ਮੈਂ ਤਿਆਰ ਕਰਾਂ। ਵੀ ਤੂੰ ਤੇ ਕਹਿੰਦਾ ਮੈਂ ਖਤਮ ਕਰ ਦਿਆਂਗਾ, ਹਿੰਦੂ ਧਰਮ ਰਹਿਣ ਨਹੀਂ ਦੇਣਾ, ਬੋਧੀ ਧਰਮ ਰਹਿਣ ਨਹੀਂ ਦੇਣਾ, ਪਰ ਮਹਾਰਾਜ ਕਹਿੰਦੇ ਤੂੰ ਯਾਦ ਰੱਖ, ਮੈਂ ਇਹੋ ਜਿਹਾ ਇੱਕ ਹੋਰ ਧਰਮ ਤਿਆਰ ਕਰਾਂਗਾ, ਇਹੋ ਜਿਹਾ ਖਾਲਸਾ ਪੰਥ 'ਚ ਜਾਵਾਂਗਾ ਜਿਹੜਾ ਤੇਰਾ ਸਾਰਿਆਂ ਦਾ ਛੋਡਿਆ ਸਿਰ ਭੰਨੇਗਾ, ਜਿਹੜਾ ਸਾਰਿਆਂ ਦੇ ਉੱਪਰ ਰਾਜ ਕਰੇਗਾ। ਮੈਂ ਇਹੋ ਜਿਹਾ ਇੱਕ ਹੋਰ ਧਰਮ ਤਿਆਰ ਕਰਕੇ ਜਾਵਾਂ। ਤੂੰ ਖਤਮ ਕਰਨੇ ਚਾਹਣਾ, ਮੈਂ ਵਧਾ ਕੇ ਜਾਵਾਂਗਾ। ਇਸ ਕਰਕੇ ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਕਿ ਅੱਜ ਆਪਾਂ ਗੁਰੂ ਘਰ ਵਿੱਚ ਬੈਠੇ ਹਾਂ। ਉਹਨਾਂ ਦੇ ਸਮਿਆਂ ਦੇ ਵਿੱਚ ਸਾਧ ਸੰਗਤ ਜੀ ਕੋਈ ਮੰਦਰ, ਕੋਈ ਮਸਜਿਦ ਜਾ ਨਹੀਂ ਸਕਦਾ ਉਹਨਾਂ ਤੋਂ ਬਿਨਾਂ। ਸਭ ਪਾਬੰਦੀਆਂ ਲੱਗੀਆਂ ਹੋਈਆਂ ਸੀ, ਕੋਈ ਕਰਮ ਨਹੀਂ ਸੀ ਕਰ ਸਕਦਾ। ਇਸ ਕਰਕੇ ਹਿੰਦੂ ਧਰਮ ਵਿੱਚ ਜਿੰਨੇ ਵਿਆਹ ਸ਼ਾਦੀਆਂ ਹੁੰਦੀਆਂ ਰਾਤ ਨੂੰ ਹੁੰਦੀਆਂ, ਦਿਨੇ ਉਹਨੇ ਬੰਦ ਕੀਤੇ ਹੋਏ ਸੀ ਵੀ ਦਿਨੇ ਤੁਸੀਂ ਕੁਝ ਨਹੀਂ ਕਰ ਸਕਦੇ, ਜੋ ਕਾਰਜ ਕਰਨੇ ਆ ਰਾਤ ਨੂੰ ਕਰਨਾ। ਹਿੰਦੂ ਲੋਕ, ਦੂਜੇ ਧਰਮ ਰਾਤ ਨੂੰ ਆਪਣੇ ਕਾਰਜ ਕਰਦੇ ਸੀ, ਦਿਨੇ ਕੋਈ ਕਰ ਨਹੀਂ ਸੀ ਸਕਦਾ। ਮਿੱਟੀ ਦੇ ਭਾਂਡੇ ਵਿੱਚੋਂ ਖਾਣਾ ਖਾਂਦੇ ਸੀ, ਦੂਸਰੇ ਭਾਂਡੇ ਵਿੱਚੋਂ ਕੋਈ ਖਾਣਾ ਨਹੀਂ ਸੀ ਖਾ ਸਕਦਾ, ਕੋਈ ਸਿਰ ਤੇ ਦਸਤਾਰ ਨਹੀਂ ਸੀ ਬੰਨ੍ਹ ਸਕਦਾ ਹੁੰਦਾ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਮੈਂ ਸਜਾਵਾਂਗਾ ਧਰਮ ਇਹੋ ਜਿਹਾ ਜਿਹੜਾ ਸਾਰੇ ਦਸਤਾਰਾਂ ਬੰਨ੍ਹਿਆ ਕਰਨਗੇ, ਕੋਈ ਗੱਦੀ ਲਾ ਕੇ ਨਹੀਂ ਬੈਠ ਸਕਦਾ। ਇਹ ਸਾਰੇ ਉਹਨਾਂ ਦੇ ਕਾਨੂੰਨ ਬਣਾਏ ਹੋਏ ਸੀ, ਪਰ ਗੁਰੂ ਸਾਹਿਬ ਜੀ ਨੇ ਉਹ ਸਾਰੇ ਕਾਨੂੰਨ ਤੋੜ ਕੇ ਖਾਲਸਾ ਪੰਥ ਇਹੋ ਜਿਹਾ ਸਜਾਇਆ। ਉਹਦੇ ਸਮੇਂ ਵਿੱਚ ਉਹਦਾ ਹੁਕਮ ਸੀ ਵੀ ਕੋਈ ਨਗਾਰਾ ਨਹੀਂ ਵਜਾ ਸਕਦਾ। ਗੁਰੂ ਸਾਹਿਬ ਨੇ ਫਿਰ ਤਿਆਰ ਕੀਤਾ ਸੀ ਰਣਜੀਤ ਨਗਾਰਾ, ਕਿ ਜਦੋਂ ਨਗਾਰਾ ਵੱਜਦਾ ਸੀ ਕਹਿੰਦੇ ਪਹਾੜੀਆਂ ਦੇ ਦਿਲ ਕੰਬਣ ਲੱਗ ਜਾਂਦੇ ਸੀ। ਇਹੋ ਜਿਹਾ ਵੱਡਾ ਨਗਾਰਾ ਬਣਾਇਆ ਮਹਾਰਾਜ ਨੇ। ਉਹ ਕਹਿੰਦੇ ਸੀ ਕੋਈ ਸ਼ਿਕਾਰ ਨਹੀਂ ਖੇਡ ਸਕਦਾ ਰਾਜਿਆਂ ਤੋਂ ਬਿਨਾਂ। ਮਹਾਰਾਜ ਕਹਿੰਦੇ ਸੀ ਮੈਂ ਖੇਡਿਆ ਕਰੂੰਗਾ, ਰੋਕ ਕੇ ਦਿਖਾਓ। ਉਹ ਕਹਿੰਦੇ ਸੀ ਬਾਦਸ਼ਾਹ ਤੋਂ ਬਿਨਾਂ ਕੋਈ ਕਲਗੀ ਨਹੀਂ ਲਾ ਸਕਦਾ। ਮਹਾਰਾਜ ਕਹਿੰਦੇ ਸੀ ਮੈਂ ਕਲਗੀ ਵੀ ਲਾਉਂਗਾ। ਇਹ ਜਿੰਨਾ ਕੁਛ ਹੈ ਨਾ, ਮਹਾਰਾਜ ਨੇ ਬਾਜ ਰੱਖੇ ਆ, ਘੋੜੇ ਰੱਖੇ, ਇਹ ਸਾਰਾ ਕੁਝ ਬੰਦ ਸੀ ਵੀ ਬਾਦਸ਼ਾਹ ਜਿਹੜਾ ਉਹ ਕਰ ਸਕਦਾ, ਹੋਰ ਕੋਈ ਬੰਦਾ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਜਿਹੜੇ ਕੰਮ ਤੂੰ ਰੋਕੇਂਗਾ ਮੈਂ ਸਾਰੇ ਹੀ ਕਰਾਂਗਾ। ਘੋੜਾ ਵੀ ਰੱਖਿਆ, ਬਾਜ ਵੀ ਰੱਖਿਆ, ਗੱਦੀ ਵੀ ਲਾਈ। ਸਾਧ ਸੰਗਤ ਜੀ ਮਖਮਲੀ ਵਸਤਰ ਵੀ ਉਹਨਾਂ ਦੇ ਕੋਲੇ ਆਏ, ਸ਼ਸਤਰ ਵੀ ਵਧੀਆ ਤੋਂ ਵਧੀਆ ਆਏ ਨੇ। ਸ਼ਿਕਾਰ ਖੇਡਣ ਵਾਸਤੇ ਵੀ ਜਾਂਦੇ ਸੀ, ਸਿੰਘਾਂ ਦੇ ਹੌਸਲੇ ਵਧਾਉਣ ਵਾਸਤੇ ਕਲਗੀ ਵੀ ਲਾਉਂਦੇ ਸਨ। ਤੇ ਸਾਸਨ ਸਾਰੇ ਕਰਮ ਕੀਤੇ ਮਹਾਰਾਜ ਨੇ। ਤਾਂ ਲੇਖਣ ਵਾਲੇ ਜਿਹੜੇ ਲਿਖਾਰੀ ਲਿਖਦੇ ਆ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਆਉਂਦੇ ਤੇ ਅੱਜ ਆਹ ਧਰਮ ਕੋਈ ਨਹੀਂ ਸੀ ਹੋਣਾ, ਸਾਰਾ ਇੱਕੋ ਹੀ ਇਸਲਾਮ ਹੀ ਹੋਣਾ ਸੀ। ਤਾਂ ਸੁਨਨਤ ਹੋਤੀ ਸਭ ਦੀ, ਭਾਵ ਸੁਨਨਤ ਹੁੰਦੀ ਉਹਨਾਂ ਦੇ ਧਰਮ ਵਿੱਚ। ਕਹਿੰਦੇ ਸਾਰਿਆਂ ਦੀ ਸੁਨਨਤ ਹੋਇਆ ਕਰਨੀ ਸੀ, ਕੋਈ ਆਪਣਾ ਧਰਮ
ਕੋਈ ਹਿੰਦੂ ਧਰਮ, ਕੋਈ ਧਰਮ ਉਹਨੇ ਰਹਿਣ ਹੀ ਨਹੀਂ ਸੀ ਦੇਣਾ। ਇਸ ਕਰਕੇ ਗੁਰੂ ਪਾਤਸ਼ਾਹ ਦਾ ਪਰਉਪਕਾਰਾਂ ਨੂੰ ਯਾਦ ਕਰੀਏ, ਉਹਦੇ ਗੁਣਾਂ ਨੂੰ ਗਾਈਏ ਤੇ ਰਹਿੰਦੇ 2 ਦਿਨ ਵੀ ਆਪ ਸੰਗਤਾਂ ਨੇ ਇਸ ਤਰ੍ਹਾਂ ਹਾਜ਼ਰੀ ਭਰਨੀ। ਆਓ ਸਾਰੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਜਾਪ ਕਰਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ। ਆਓ ਸਾਰੀ ਸੰਗਤ ਜਿਤਨੇ ਵੀ ਆਏ ਹੋ ਧੰਨਤਾ ਦੇ ਯੋਗ ਹੋ। ਇਸੇ ਤਰ੍ਹਾਂ ਰਹਿੰਦੇ ਪ੍ਰੋਗਰਾਮ ਵਿੱਚ ਵੀ ਹਾਜ਼ਰੀ ਭਰਨੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਕਾਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਸਾਚੇ ਸਾਰੇ ਬਾਗਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸਭ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਥ ਸੁਖ ਮਨ ਆਏ ਵਸਿਆ। ਜਿਨੀ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵੇਟੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ, ਪਿਆਰੋ ਸਾਚਾ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਤੁਰ ਕਰਮ ਪਾਇਆ। ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪਿ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਵੇ ਤੈਸੇ ਪੂਰੇ ਕਰਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਕਰਨ ਲਾਗੇ, ਵਾਜੇ ਅਨਹਦ ਦੂਰ। ਸਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਤਰਤ ਮਹਾਤ। ਦਿਵਸ ਰਾਤ ਦੋਏ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਨੇੜੇ ਕੈ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਬੇਟੀ ਛੋਟੀ ਨਾਮ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ ਤੁਮ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਸੋ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕਨੇਰੇ, ਕੋਏ ਨ ਜਾਣੇ ਤੁਮਰਾ ਅੰਤ ਉੱਚੇ ਤੇ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ। ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੋ ਨਦਿਆ ਵਹਿ ਧਾਏ। ਸਭ ਥਾਈ ਹੋਣਾ ਜੀ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਜੀ, ਸਭ ਥਾਈ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਧ ਸੰਗਤ ਬੋਲਣਾ ਜੀ। ਆਪ ਜੀ ਕੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਸਮੂਹ ਸੰਤਾਂ, ਸਮੂਹ ਭਗਤਾਂ, ਸਮੂਹ ਸਚਿਆਰਿਆਂ ਪਿਆਰਿਆਂ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ ਦੇਖ ਚਲਾਈ, ਤੇਗ ਵਾਹੀ ਦੇਖ ਸੁਣ ਕੇ ਅੰਡਟ ਕੀਤਾ। ਤਿੰਨਾਂ ਸਮੂਹ ਸਚਿਆਰਿਆਂ ਪਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤੇ ਆਵੇ ਚਿਤੇ ਆਵਣ ਕਾ ਸਦਕਾ, ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਹਿਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦੇ ਅਤੇ ਪਿਆਰਿਆਂ ਦੇ ਵਿੱਚੋਂ ਤਿੰਨਾਂ ਪਿਆਰੇ ਤੇ ਸਮੁੱਚੇ ਸ਼ਹੀਦ ਸਿੰਘਾਂ ਦੀ ਮਿੱਠੀ ਯਾਦ ਵਿੱਚ ਸੱਚੇ ਪਾਤਸ਼ਾਹ ਜੀ ਅੱਜ ਦੀਵਾਨ ਸਜਾਏ ਗਏ ਨੇ। ਸਜੇ ਦੀਵਾਨਾਂ ਦੇ ਅੰਦਰ ਸੋਦਰ ਰਹਿ ਰਾਸ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਗੁਰਬਾਣੀ ਕੀਰਤਨ ਇਤਿਹਾਸ ਵਿਚਾਰਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਦੇ ਜਾਪ ਹੋਏ। ਸਤਿਗੁਰੂ ਜੀ ਬਾਣੀ ਪੜ੍ਹਦੇ ਆਂ, ਕਥਾ ਕੀਰਤਨ ਕਰਦੇ ਆਂ, ਸੰਗਤਾਂ ਕੋਲੋਂ ਸੇਵਾਵਾਂ ਕਰਦੇ ਆਂ, ਬੇਅੰਤ ਸੁਖੋਂ ਭੁੱਲਾਂ ਰਹਿ ਜਾਂਦੀਆਂ। ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ। ਅੱਗੇ ਵਾਸਤੇ ਪ੍ਰੇਮ ਭਾਵਨਾ ਨਾਲ ਬਾਣੀ ਪੜ੍ਹਨ ਦੀ, ਕਥਾ ਕੀਰਤਨ ਵਿਚਾਰਾਂ ਕਰਨ ਦੀ ਆਪ ਜੀ ਨੇ ਸਮੱਤ ਬਖਸ਼ਣੀ ਮਹਾਰਾਜ ਜੀਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਮਾਤਾ ਜੀ ਸੱਚੇ ਪਾਤਸ਼ਾਹ ਚਾਰੋਂ ਸਾਹਿਬਜ਼ਾਦਿਆਂ ਨੂੰ ਕੋਟਾਨ ਕੋਟ ਕੁਰਬਾਨੀ ਨੂੰ ਸੱਚੇ ਪਾਤਸ਼ਾਹ ਜੀ ਨਮਸਕਾਰ ਹੈ। ਇਸੇ ਤਰ੍ਹਾਂ ਕਿਰਪਾ ਕਰਨੀ, ਗੁਰੂ ਘਰ ਤੇ ਮਿਹਰ ਬਣਾਈ ਰੱਖਣੀ, ਸੰਗਤਾਂ ਵਿੱਚ ਪ੍ਰੇਮ ਪਿਆਰ ਬਖਸ਼ਣਾ ਅਤੇ ਇਸੇ ਤਰ੍ਹਾਂ ਆਪ ਜੀ ਦੇ ਗੁਰਪੁਰਬ ਦਿਹਾੜੇ ਮਨਾਉਣ ਦਾ ਉੱਦਮ ਉਪਰਾਲਾ ਬਖਸ਼ਿਸ਼ ਕਰਦੇ ਰਹਿਣਾ। ਸਤਿਗੁਰੂ ਜੀਓ। ਅੱਜ ਦੇ ਲੰਗਰਾਂ ਦੀ ਸੇਵਾ ਸਰਦਾਰ ਕਰਮਜੀਤ ਸਿੰਘ ਸੁਪੁੱਤਰ ਸਵਰਗਵਾਸੀ ਜਾਗਰ ਸਿੰਘ ਸਮੂਹ ਪਰਿਵਾਰ ਵੱਲੋਂ ਕੀਤੀ ਗਈ ਹੈ। ਕਿਰਪਾ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕੰਮਾਂ ਕਾਰਾਂ ਦੇ ਵਿੱਚ ਬਰਕਤਾਂ ਪਾਉਣੀਆਂ,
ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਵਿਦਿਆ ਦੀਆਂ ਦਾਤਾਂ ਬਖਸ਼ਣੀਆਂ, ਮਾੜੀਆਂ ਸੰਗਤਾਂ ਤੋਂ ਬਚਾਉਣਾ, ਚੰਗੀ ਸੰਗਤ ਬਖਸ਼ਣੀ ਅਤੇ ਹੋਰ ਜੋ ਪਰਿਵਾਰ ਦੀਆਂ ਆਸਾਂ ਭਾਵਨਾਵਾਂ ਆਪ ਜੀ ਨੇ ਗੁਰਮਤਿ ਅਨੁਸਾਰ ਪੂਰਨ ਕਰਨੀਆਂ, ਕੰਮਾਂ ਧੰਦਿਆਂ ਦੇ ਵਿੱਚ ਬਰਕਤਾਂ ਪਾਉਣੀਆਂ। ਬੀਬੀ ਸਰਜੀਤ ਕੌਰ ਪਰਿਵਾਰ ਤੰਦਰੁਸਤੀ ਅਰਦਾਸ, ਸਰਦਾਰ ਗੁਰਦਿਆਲ ਸਿੰਘ ਪਰਿਵਾਰ ਤੰਦਰੁਸਤੀ ਅਰਦਾਸ, ਬੀਬੀ ਹਰਬੰਸ ਕੌਰ ਪਰਿਵਾਰ ਤੰਦਰੁਸਤੀ ਦੀ ਅਰਦਾਸ, ਬੀਬੀ ਸਰਜੀਤ ਕੌਰ ਪਰਿਵਾਰ ਤੰਦਰੁਸਤੀ ਦੀ ਅਰਦਾਸ, ਸਰਦਾਰ ਅਸ਼ੋਕ ਸਿੰਘ ਪਰਿਵਾਰ ਤੰਦਰੁਸਤੀ ਦੀ ਅਰਦਾਸ, ਸਰਦਾਰ ਨਰਿੰਜਨ ਸਿੰਘ ਪਰਿਵਾਰ ਤੰਦਰੁਸਤੀ ਦੀ ਅਰਦਾਸ, ਸਰਦਾਰ ਰਾਜਿੰਦਰ ਸਿੰਘ ਪਰਿਵਾਰ ਤੰਦਰੁਸਤੀ ਦੀ ਅਰਦਾਸ, ਕਾਲਾਏ ਸਲਮਨ ਪਰਿਵਾਰ ਤੰਦਰੁਸਤੀ ਦੀ ਅਰਦਾਸ, ਸਰਦਾਰ ਸਰਤੂਲ ਸਿੰਘ ਪਰਿਵਾਰ ਤੰਦਰੁਸਤੀ ਦੀ ਅਰਦਾਸ, ਗੁਪਤ ਪਰਿਵਾਰ ਵੱਲੋਂ ਤੰਦਰੁਸਤੀ ਦੀ ਅਰਦਾਸ, ਬੀਬੀ ਇੰਦਰਜੀਤ ਕੌਰ ਪਰਿਵਾਰ ਤੰਦਰੁਸਤੀ ਦੀ ਅਰਦਾਸ, ਸਰਦਾਰ ਰਾਜਪਾਲ ਸਿੰਘ ਪਰਿਵਾਰ ਤੰਦਰੁਸਤੀ ਦੀ ਅਰਦਾਸ। ਹੋਰ ਬੇਅੰਤ ਸੰਗਤਾਂ ਨੇ ਆਪ ਜੀ ਦੇ ਪਾਵਨ ਚਰਨਾਂ 'ਚ ਹਾਜ਼ਰੀ ਭਰੀ ਹੈ। ਆਪ ਨਾਮ ਸਭਨਾਂ ਦੇ ਜਾਣਦੇ ਹੋ। ਸਾਰੀਆਂ ਸੰਗਤਾਂ ਦੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਦੇ ਵਿੱਚ ਬੁਲਾਉਣੀਆਂ, ਪਰਿਵਾਰਾਂ ਸਿਰ ਮਿਹਰ ਭਰਿਆ ਹੱਥ ਰੱਖਣਾ। ਇਸ ਵੇਲੇ ਸਰਦਾਰ ਕਰਮਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾ ਪ੍ਰਸ਼ਾਦ ਦੇ ਥਾਲ ਅਤੇ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦੇ ਤਿਆਰ ਕੀਤੇ ਗਏ ਨੇ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ। ਆਪ ਜੀ ਭੋਗ ਲਾਓ। ਸ਼ੀਤ ਪ੍ਰਸਾਦ ਸਾਧ ਸੰਗ ਵਿੱਚ ਵਰਤਾਉਣ ਦੀ ਆਗਿਆ ਹੋਵੇ। ਇਸ ਵੇਲੇ ਆਪ ਕਿਰਪਾ ਕਰੋ, ਆਪਣੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰਨਾ ਜੀ। ਸਹੀ ਪਿਆਰਿਆਂ ਦੇ ਮੇਲ ਕਰਵਾਉਣੇ, ਜਿਨ੍ਹਾਂ ਦੇ ਮਿਲਿਆਂ ਆਪ ਜੀ ਦਾ ਪਵਿੱਤਰ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋ ਚਾਹੈ। ਰਾਜ ਕਰੇਗਾ ਖਾਲਸਾ, ਕੀ ਰਹੇ ਨਾ ख्वार हुए सब मिलेंगे, बचे शरण जो। वाहिगुरु नाम जहाज है, चढ़े सोतरे जो सरदा कर सेम दे, गुर पार उतारण हार। बोले सो निहाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ 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 ਵਾਹਿਗੁਰੂ, ਧੰਨ ਵਾਹਿਗੁਰੂ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛੱਡੈ ਖੇਤ। ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੈ ਸੋਈ ਫਲ ਪਾਵਹਿ। ਫਿਰ ਦੁਖ ਨ ਲਾਗੈ ਆਏ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੈ ਸੋਈ ਫਲ ਪਾਵਹਿ। ਫਿਰ ਦੁਖ ਨ ਲਾਗੈ ਆਏ। ਰਹਾਉ
ਸੋ ਜਪ ਸੋ ਤਪ ਸਾਬਰਤ ਪੂਜਾ, ਜਿਤ ਹਰਿ ਸਿਉ ਪ੍ਰੀਤ ਲਗਾਏ। ਬਿਨ ਹਰਿ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇਕ ਖਿਨ ਮੈਂ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ। ਨਾਨਕ ਸਰਣ ਤੁਮਾਰੀ ਹਰਿ ਜੀਓ, ਭਾਵੈ ਤਿਵੈ ਛਡਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ। ਨਾਨਕ ਸਰਣ ਤੁਮਾਰੀ ਹਰਿ ਜੀਓ, ਭਾਵੈ ਤਿਵੈ ਛਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਸਰਬਤ ਸਾਧ ਸੰਗਤ, ਸਮਾਪਤੀ ਉਪਰੰਤ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਹੁਕਮ ਰੂ ਬਖਸ਼ਦੇ ਨੇ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਕਿ ਇਹ ਮਨ ਉਹ ਪਰਮਾਤਮਾ ਦੇ ਨਾਮ ਨੂੰ ਨਿਤ ਧਿਆ। ਜੋ ਇੱਛਾ ਸੋਈ ਫਲ ਪਾਵੇ, ਪਰ ਦੁੱਖ ਨ ਲਾਗੇ ਆਏ। ਜੋ ਮਨ ਦੀ ਤੇਰੀ ਇੱਛਾ ਭਾਵਨਾ, ਉਹੋ ਹੀ ਫਲ ਤੈਨੂੰ ਪ੍ਰਾਪਤ ਹੋਵੇਗਾ। ਕਿਉਂਕਿ ਮਹਾਰਾਜ ਦਾ ਹੁਕਮ ਹੈ ਵੀ ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੇ। ਚਾਰੇ ਪਦਾਰਥ ਤੇਰੀਆਂ ਭਾਵਨਾ ਇਸਾਂ ਪੂਰੀਆਂ ਨਾਮ ਦੇ ਨਾਲ ਹੋਣਗੀਆਂ। ਇਸ ਕਰਕੇ ਨਾਮ ਤੇ ਆ, ਫਿਰ ਦੁੱਖ ਨਾ ਲਾਗੇ ਆਏ। ਫਿਰ ਦੁੱਖ ਤੇਰੇ ਨੇੜੇ ਨਹੀਂ ਆਵੇਗਾ, ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਇੱਛਾ ਵੀ ਪੂਰੀਆਂ ਹੋਣਗੀਆਂ। ਪਰ ਹੋਣਗੀਆਂ ਕਿਵੇਂ? ਕਿ ਜਦੋਂ ਪ੍ਰਮਾਤਮਾ ਦਾ ਨਾਮ ਹਰ ਰੋਜ਼ ਧਿਆਵੇਂਗਾ। ਸੋ ਆਓ ਆਉਣ ਵਾਲੇ ਪ੍ਰੋਗਰਾਮ ਦੇ ਸਰਵਣ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ ਵਾਹਿਗੁਰੂ।